ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸ਼ਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖਿਓਨ, ਕੋਇ ਨਾ ਭਿਟਿਓ ਜਾਏ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜ੍ਹਨ ਸਲੋਕ। ਕੋ ਹੱਥੀ ਜਾਈ ਸਟਿਆ, ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਤੁਕਾਂ ਪਈਆਂ ਤਿਤ। ਜਿਤ ਮੁਖ ਨਾਮ ਨ ਉਚਰਹਿ, ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਤੁਕਾਂ ਪਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਤੁਕਾਂ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤਸੰਗੀ ਜਨੋ, ਵੱਡ ਭਾਗੇ ਖਾਂ। ਸਤਿਗੁਰਾਂ ਦੀ ਗੋਦ ਵਿੱਚ ਬੈਠ ਅਥਾਹ ਸ਼ਰਧਾ ਪ੍ਰੇਮ ਭਾਵਨਾ ਨਾਲ ਰੱਬੀ ਬਾਣੀ ਪੜ੍ਹ ਸੁਣ। ਜਿੱਥੇ ਸਤਿਗੁਰੂ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ, ਉੱਥੇ ਨਾਲ ਨਾਲ ਫਤਿਹ TV ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਘਰਾਂ ਵਿੱਚ ਬੈਠ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਸ ਪਾਵਨ ਮੁਕੱਦਸ ਸਥਾਨਾਂ 'ਤੇ ਬਾਣੀ ਪੜ੍ਹ ਸੁਣ ਲਾਹਾ ਖੱਟ ਰਹੇ ਹਾਂ। ਸੋ ਮਹਾਰਾਜ ਕਿਰਪਾ ਕਰਨ, ਸਾਡੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਨ। ਸਾਡਾ ਆਇਆ, ਸਾਡਾ ਪੜ੍ਹਿਆ ਸੁਣਿਆ ਵਿਚਾਰਿਆ ਕਿਸੇ ਥਾਂ ਪਵੇ। ਸੋ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਪਾਵਨ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਅਤੇ ਸਮਾਂ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਆਸਾ ਦੀ ਵਾਰ ਦੀ ਕਥਾ ਵਿਚਾਰ ਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਅੰਦਰ ਪਾਏ ਭਰਮ ਭੁਲੇਖਿਆਂ ਨੂੰ ਸੰਸਾਰ ਦੇ ਲੋਕਾਂ ਦੇ ਮਨਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਜੇ ਤਾਂ ਮਨੁੱਖ ਸਮਝ ਜਾਵੇ, ਜ਼ਿੰਦਗੀ ਦੇ ਅੰਦਰ ਇਸ ਗੱਲ ਨੂੰ ਧਾਰ ਲਏ
ਕਿ ਮੈਂ ਕਰਮ ਕਾਂਡ ਛੱਡ ਕੇ ਇੱਕ ਧਰਮ ਦਾ ਚੰਗਾ ਤੇ ਸੋਹਣਾ ਰਾਹ ਇਖਤਿਆਰ ਕਰ ਲਾਂ ਤੇ ਹੋ ਸਕਦਾ ਹੈ ਕਿ ਮੇਰੀ ਜ਼ਿੰਦਗੀ ਜਿਹੜੀ ਹੈ ਸੁਚੱਜੀ ਤੇ ਸੋਹਣੀ ਬਣ ਜਾਏ। ਕਿਉਂਕਿ ਸੋਹਣਾ ਤੇ ਸੁਚੱਜਾ ਢੰਗ ਗੁਰੂ ਨੂੰ ਮਿਲ ਕੇ ਸਿੱਖਿਆ ਜਾ ਸਕਦਾ ਹੈ। ਜੇ ਆਪਾਂ ਗੁਰੂ ਨੂੰ ਨਹੀਂ ਮਿਲੇ, ਗੁਰੂ ਨੂੰ ਮਿਲਣਾ ਭਾਵ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਬਾਣੀ ਨੂੰ ਵਿਚਾਰਨਾ, ਗੁਰੂ ਨੂੰ ਮਿਲਣਾ ਇਹੀ ਹੈ। ਵੈਸੇ ਜੇ ਤੁਸੀਂ ਇਹ ਆਖੋ ਕਿ ਮਿਲਦਾ ਤਾਂ ਮੈਂ ਰੋਜ਼ ਹਾਂ, ਮਿਲ ਅਸੀਂ ਰੋਜ਼ ਰਹੇ ਹਾਂ, ਆ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਪਰਿਕਰਮਾ ਕਰ ਰਹੇ ਹਾਂ, ਕੜਾਹ ਪ੍ਰਸ਼ਾਦ ਦੀ ਦੇਗ ਲੈਂਦੇ ਹਾਂ, 10 ਮਿੰਟ 5 ਮਿੰਟ ਬੈਠਦੇ ਵੀ ਹਾਂ, ਚਲੇ ਜਾਂਦੇ ਹਾਂ। ਇਹਨੂੰ ਮਿਲਣਾ ਨਹੀਂ ਕਹਿੰਦੇ, ਇਹ ਤਾਂ ਇੱਕ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿ ਵੀ ਹਾਂ ਅਸੀਂ ਤੇਰੇ ਹਾਂ, ਸਿੱਖ ਹਾਂ, ਤੇਰੇ ਅੱਗੇ ਮੱਥਾ ਟੇਕ ਚੱਲੇ ਹਾਂ, ਬਸ ਆਹ ਸਾਡਾ ਫਰਜ਼ ਹੈ, ਫਰਜ਼ ਅਦਾ ਕਰਨਾ। ਹੁਣ ਇੱਕ ਛੋਟੀ ਜਿਹੀ ਉਦਾਹਰਣ ਦਿਆਂ। ਸਕੂਲ ਦੇ ਅੰਦਰ ਬੱਚਾ ਜਾਵੇ, ਸਕੂਲ ਦੀ ਚਾਰੇ ਪਾਸੇ ਪਰਿਕਰਮਾ ਕਰੇ। ਸਵੇਰੇ ਜਦੋਂ ਆਪਾਂ ਤਿਆਰ ਕਰਕੇ ਉਹਨੂੰ ਭੇਜਦੇ ਹਾਂ, ਸਕੂਲ ਦੇ ਦਰਵਾਜ਼ੇ 'ਤੇ ਜਾ ਕੇ ਮਾੜਾ ਜਿਹਾ ਹੱਥ ਲਾਵੇ, ਸਕੂਲ ਦੀ ਪਰਿਕਰਮਾ ਕਰੇ ਅਤੇ ਘਰ ਆ ਜਾਏ ਅਤੇ ਆਖੇ ਹੋ ਗਿਆ ਕੰਮ। ਕਿ ਇਸ ਤਰ੍ਹਾਂ ਅਸੀਂ ਉਹਦਾ ਸਕੂਲ ਜਾਣਾ ਪ੍ਰਵਾਨ ਕਰਾਂਗੇ? ਉਹ ਕਹੇਗਾ ਕਿ ਮੈਂ ਜੋ ਕਰਨਾ ਸੀ ਕਰ ਆਇਆ, ਇਸ ਤੋਂ ਵੱਧ ਹੁਣ ਮੈਂ ਕੁਝ ਨਹੀਂ ਕਰ ਸਕਦਾ। ਬਸ ਇਹੀ ਹਾਲਾਤ ਸਾਡੇ ਨੇ। ਅਸੀਂ ਵੀ ਉੱਥੋਂ ਤੱਕ ਸੀਮਤ ਰਹਿ ਗਏ। ਅਸੀਂ ਅਸਲ ਗੱਲ ਜਿਹੜੀ ਸੀ ਨਾ ਮਿਲਣ ਵਾਲੀ, ਉਹਨੂੰ ਭੁੱਲ ਹੀ ਗਏ। ਅਸਲ ਜਿਹੜਾ ਸਾਡਾ ਮਕਸਦ ਸੀ ਨਾ, ਫਰਜ਼ ਤੇ ਨਿਭਾ ਦਿੱਤਾ, ਪਰ ਮਕਸਦ ਕੀ ਸੀ ਸਾਡਾ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜੀ ਗੁਰੂ ਨੂੰ ਮਿਲਣ ਦੀ ਵਾਰੀ ਸੀ ਨਾ, ਗੁਰੂ ਨੂੰ ਮਿਲਣਾ ਭਾਵ ਬੈਠ ਕੇ ਬਾਣੀ ਪੜ੍ਹਨਾ, ਬਾਣੀ ਸੁਣਨਾ, ਬਾਣੀ ਨੂੰ ਵਿਚਾਰਨਾ, ਉਸ ਮਕਸਦ ਨੂੰ ਆਪਾਂ ਭੁੱਲ ਗਏ। ਉਹਨੂੰ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਸਤ ਸੰਗਤ ਵਿੱਚ ਬੈਠ ਕੇ ਉਹਨੂੰ ਭਜਿਆ ਨਹੀਂ, ਭਜਣਾ ਭਾਵ ਜਪਣਾ, ਜਪਿਆ ਨਹੀਂ। ਕੱਲ੍ਹ ਇੱਕ ਵਿਦਵਾਨ ਦੀ ਗੱਲ ਪੜ੍ਹਦਾ ਸਾਂ, ਬੜੀ ਕਮਾਲ ਦੀ ਮੈਨੂੰ ਲੱਗੀ, ਬੜੀ ਪਿਆਰੀ ਉਹਨੇ ਬਾਤ ਕਹੀ। ਕਹਿਣ ਲੱਗੇ ਜਪਜੀ ਸਾਹਿਬ ਦਾ ਮੂਲ ਆਧਾਰ ਪਤਾ ਕੀ? ਇਕੱਲੀ ਜਪਜੀ ਸਾਹਿਬ ਦਾ ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਤਾਂ ਹੈ, ਪਰ ਇੱਕ ਅੱਖਰ ਦੇ ਵਿੱਚ ਸਾਰਾ ਜਪਜੀ ਸਾਹਿਬ ਜਿਹੜਾ ਸਮਾਇਆ ਹੋਇਆ, ਇੱਕ ਅੱਖਰ ਦੇ ਵਿੱਚ। ਹੁਣ ਤੁਸੀਂ ਆਖੋਗੇ ਕਿੰਨੀ ਹੈਰਾਨਗੀ ਦੀ ਗੱਲ, ਮੈਂ ਤਾਂ ਫਿਰ ਐਵੇਂ ਜਪਜੀ ਸਾਹਿਬ ਪੜ੍ਹਦਾ ਰਿਹਾ। ਨਹੀਂ, ਪੜ੍ਹਨਾ ਹੈ। ਉਸ ਜਪ ਦੀ ਵੀ ਸਮਝ ਅਗਾਂਹ ਪੌੜੀਆਂ ਤੋਂ ਲੱਗਣੀ ਹੈ, ਪਰ ਉਸ ਸ਼ਬਦ ਨੂੰ ਜੇ ਆਪਾਂ ਧਿਆਨ ਨਾਲ ਸਮਝ ਲਈਏ ਨਾ, ਤੇ ਮੈਂ ਕਹਿੰਦਾ ਜਪਜੀ ਸਾਹਿਬ ਸੌਖਾ ਜੇ ਸਾਨੂੰ ਸਮਝ ਆ ਜਾਏ ਕੀ ਕਹਿ ਰਹੀ ਹੈ ਜਪਜੀ ਸਾਹਿਬ। ਆਪਾਂ ਮੂਲ ਮੰਤਰ ਪੜ੍ਹਿਆ, ਮੂਲ ਮੰਤਰ ਤੋਂ ਬਾਅਦ ਵਿੱਚ ਇੱਕ ਸ਼ਬਦ ਆਉਂਦਾ 2 ਅੱਖਰਾਂ ਦਾ ਜਪ, ਇੱਕ ਸ਼ਬਦ ਆਉਂਦਾ ਜਪ। ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਫਿਰ ਅੱਗੇ ਸ਼ਲੋਕ ਆਦ ਸੱਚ ਜੁਗਾਦ ਸੱਚ, ਸ਼ਲੋਕ ਆ ਗਿਆ। ਆ ਜਿਹੜਾ ਜਪ ਹੈ ਨਾ, ਹੁਣ ਬਹੁਤ ਹੀ ਬਾਣੀ ਦੇ ਅੰਦਰ ਗੱਲ ਜਪ ਦੀ ਕੀਤੀ ਗਈ ਹੈ, ਸਿਮਰਨ ਦੀ ਕੀਤੀ ਗਈ ਹੈ, ਭਜਨ ਦੀ ਬੰਦਗੀ ਦੀ ਕੀਤੀ ਗਈ ਹੈ। ਆਪਾਂ ਤੇ ਰੋਜ਼ ਪੜ੍ਹਦੇ ਹਾਂ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਪ ਮਨ ਸਤਨਾਮ, ਸਦਾ ਸਤਨਾਮ। ਸਾਡੀ ਗੱਲ ਹੀ ਜਪ ਤੋਂ ਸ਼ੁਰੂ ਹੁੰਦੀ ਹੈ। ਸਾਡੀ ਤਾਂ ਗੱਲ ਹੀ ਜਪ ਦਾ ਮਤਲਬ ਹੈ ਸਿਮਰਨਾ, ਉਹਨੂੰ ਧਿਆਉਣਾ। ਮਹਾਰਾਜ ਨੇ ਕਿੰਨੀ ਕਮਾਲ ਦੀ ਗੱਲ ਕੀਤੀ ਹੈ। ਵੇਖ, ਜੇ ਜਪਜੀ ਸਾਹਿਬ ਨੂੰ ਪੜ੍ਹਨ ਲੱਗਾ ਹੈ, ਬਾਣੀ ਨੂੰ ਸੁਣਨ ਲੱਗਾ ਹੈ, ਪਹਿਲਾਂ ਤਿਆਰੀ ਤਾਂ ਕਰ ਲੈ, ਪਹਿਲਾਂ ਤਿਆਰੀ ਤਾਂ ਕਰ। ਹੁਣ ਥੋੜ੍ਹਾ ਜਿਹਾ ਹੋਰ ਸਮਝਿਓ, ਆਪਾਂ ਰਹਿਤ ਮਰਿਆਦਾ ਪੜ੍ਹਦੇ ਹਾਂ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੀ ਤਿਆਰੀ ਕੀਤੀ ਜਾਂਦੀ ਹੈ, ਪਹਿਲਾਂ ਉਹਦੇ ਬਾਰੇ ਸਮਝਿਆ ਜਾਂਦਾ ਹੈ, ਵਿਚਾਰਿਆ ਜਾਂਦਾ, ਪਹਿਲਾਂ ਉਹਨੂੰ ਤਿਆਰੀ ਕੀਤੀ ਜਾਂਦੀ ਹੈ। ਵੇਖੋ, ਸਬਜ਼ੀਆਂ ਬਾਜ਼ਾਰ ਦੇ ਵਿੱਚ ਪਈਆਂ ਨੇ ਕੱਚੀਆਂ, ਅਤੇ ਲਿਆ ਕੇ ਕੋਈ ਸਾਡੇ ਭਾਂਡੇ 'ਚ ਪਾ ਨਹੀਂ ਦਿੰਦਾ।
ਕਣਕ ਜਿਹੜੀ ਹੈ ਉਹ ਜਦੋਂ ਪੀਸਦੀ ਹੈ, ਉਹਨੂੰ ਗੁੰਨਿਆ ਜਾਂਦਾ ਹੈ, ਉਸ ਤੋਂ ਬਾਅਦ ਉਹਦੀਆਂ ਰੋਟੀਆਂ ਤਿਆਰੀ ਹੋਈ ਨਾ, ਪਹਿਲਾਂ ਉਹਦੀ ਸਬਜ਼ੀ ਲਿਆਂਦੀ ਜਾਂਦੀ ਹੈ, ਪਹਿਲਾਂ ਉਹਨੂੰ ਰਿੰਨਿਆ ਜਾਂਦਾ, ਬਣਾਇਆ ਜਾਂਦਾ, ਤਿਆਰ ਕੀਤਾ ਜਾਂਦਾ, ਤਿਆਰੀ ਹੋ ਗਈ ਸਾਰੀ, ਫਿਰ ਉਹਨੂੰ ਪਰੋਸ ਕੇ ਅੱਗੇ ਰੱਖ ਲਿਆ ਜਾਂਦਾ ਕਿ ਵੀ ਹੁਣ ਖਾਣ ਦੇ ਯੋਗ ਹੋ ਗਈ ਹੈ। ਮਹਾਰਾਜ ਕਹਿੰਦੇ ਤੂੰ ਬਾਣੀ ਪੜ੍ਹਨ ਲੱਗਾ ਹੈ, ਬਾਣੀ ਸੁਣ ਲੱਗਾ, ਤੇਰੀ ਤਿਆਰੀ ਕੀ ਹੈ? ਤੂੰ ਆਪਣੇ ਆਪ ਨੂੰ ਤਿਆਰ ਕੀਤਾ ਕਿ ਤੂੰ ਇਸ ਜੋਗਾ ਹੈ ਕਿ ਵੀ ਤੂੰ ਅਗਲੇ ਅੱਖਰ ਬਾਣੀ ਦੇ ਪੜ੍ਹ ਸਕੇ? ਤਾਂ ਹੀ ਤਾਂ ਸਾਡਾ ਇਹ ਸਵਾਲ ਹੁੰਦਾ ਹੈ ਕਿ ਵੀ ਸਾਡੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਨਹੀਂ ਲੱਗਦਾ ਜੀ। ਮਨ ਲੱਗੇਗਾ ਕਿਵੇਂ? ਤਿਆਰੀ ਨਹੀਂ ਹੈ ਸਾਡੀ। ਤਾਂ ਹੁਣ ਬੱਚਾ ਤਿਆਰੀ ਕਰਦਾ ਹੈ ਨਾ ਪੇਪਰਾਂ ਦੀ, ਤਾਂ ਹੀ ਤਾਂ ਉਹ ਪਾਸ ਹੋਵੇਗਾ ਨਾ, ਤਿਆਰੀ ਕਰੇਗਾ ਤਾਂ ਹੀ ਪੇਪਰਾਂ ਵਿੱਚ ਬੈਠੇਗਾ। ਹੁਣ ਜੇ ਉਹ ਤਿਆਰੀ ਕਰਕੇ ਪੇਪਰਾਂ 'ਚ ਨਹੀਂ ਬੈਠੇਗਾ ਤਾਂ ਕੁਝ ਵੀ ਉਹਦੇ ਪੱਲੇ ਨਹੀਂ ਪੈਣਾ, ਜੋ ਕੁਝ ਹੈ ਉਹ ਵੀ ਜਾਂਦਾ ਦਿਸੇਗਾ। ਇਸ ਤਰ੍ਹਾਂ ਤਿਆਰੀ ਕਰਦਾ 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 ਇੱਕ ਦਿਨ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਤਿਆਰੀ ਕੀ ਹੈ? ਸਵਾਲ ਇੱਥੇ ਖਲੋਤਾ ਹੈ। ਜੇ ਧਿਆਨ ਨਹੀਂ ਲੱਗਦਾ ਨਾ, ਇਹਦਾ ਮਤਲਬ ਹੈ ਸਾਡੀ ਤਿਆਰੀ ਨਹੀਂ ਹੈ, ਅਤੇ ਤਿਆਰੀ ਸਾਰੀ ਜਪ ਵਿੱਚ ਖਲੋਤੀ ਹੈ। ਤਿਆਰੀ ਸਾਰੀ ਜਪ ਵਿੱਚ ਖਲੋਤੀ ਹੈ। ਮਹਾਰਾਜ ਕਹਿੰਦੇ ਇੱਕ ਕੰਮ ਕਰ, ਜਿਹੜੀ ਰਹਿਤ ਮਰਿਆਦਾ ਨਾ ਸਾਡੀ ਜ਼ਿਕਰ ਕਰਨ ਲੱਗਾ ਸਾਂ, ਉਹਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ। ਕਦੀ ਤੁਸੀਂ ਧਿਆਨ ਨਾਲ ਪੜ੍ਹੀ ਹੋਵੇ। ਚਲੋ ਅੱਜ ਤਾਂ ਬਹੁਤੇ ਵਿਦਵਾਨਾਂ ਦਾ ਮੰਨਣਾ ਹੀ ਨਹੀਂ ਕਿ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਸਿੱਧਾ ਹੀ ਆਪਾਂ ਹਰੇਕ ਚੀਜ਼ ਨੂੰ ਕਰਨ ਦੀ ਦੌੜ ਲੱਗ ਪਈ ਸਾਡੇ ਨਾਲ। ਹਰੇਕ ਚੀਜ਼ ਵੀ ਦੌੜੇ ਜਾ ਰਹੇ ਹਾਂ, ਭੱਜੇ ਜਾ ਰਹੇ ਹਾਂ, ਸਮਝ ਭਾਵੇਂ ਕੁਝ ਆਵੇ ਨਾ ਸਾਨੂੰ। ਇੱਕ ਕਹਾਵਤ ਹੈ ਨਾ, ਅੱਗਾ ਦੌੜ ਪਿੱਛਾ ਛੋੜ। ਅੱਗੇ ਦੌੜਦੇ ਜਾ ਰਹੇ ਹਾਂ, ਪਿੱਛੇ ਸਭ ਕੁਝ ਛੱਡਦੇ ਜਾ ਰਹੇ ਹਾਂ। ਇਹ ਹਾਲਾਤ ਹੋ ਗਏ ਨੇ ਸਾਡੇ। ਹੁਣ ਰਹਿਤ ਮਰਿਆਦਾ ਦੇ ਅੰਦਰ ਇੱਕ ਗੱਲ ਲਿਖੀ ਹੈ, ਸਿੱਖ ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਰੱਬ ਦੀ ਸਿਫਤ ਸਲਾਹ ਕਰਨ ਲੱਗਾ, ਰੱਬ ਦੇ ਨਾਲ ਜੁੜਨ ਲੱਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਸੋਚ ਕਿਰਿਆ ਸਾਰੀ ਆਪਣੀ ਸਾਧ ਕੇ ਇਸ਼ਨਾਨ ਪਾਣੀ ਕਰਕੇ, ਉਹਦੇ ਵਿੱਚ ਲਿਖਿਆ ਸਿੱਖ ਚੌਂਕੜਾ ਮਾਰ ਕੇ ਧਿਆਨ ਉਸ ਪਰਮਾਤਮਾ ਦੇ ਨਾਲ ਜੋੜ ਕੇ ਤੇ ਵਾਹਿਗੁਰੂ ਵਾਹਿਗੁਰੂ ਦਾ ਪਹਿਲਾਂ ਜਾਪ ਕਰੇ। ਲਿਖਿਆ ਉਹਦੇ ਅੰਦਰ। ਇਹ ਤਿਆਰੀ ਹੈ। ਜਪ ਕਰਨਾ ਭਾਵ ਤਿਆਰੀ ਕਰਨੀ, ਇਹ ਤਿਆਰੀ ਹੈ ਸਾਡੀ। ਮੈਂ ਨਹੀਂ ਕਹਿ ਰਿਹਾ, ਬਾਣੀ ਦੇ ਅੰਦਰ ਸ਼ਬਦ ਵਰਤੇ ਗਏ ਆ। ਸਤਨਾਮ ਸ਼ਬਦ ਬਾਣੀ ਵਿੱਚ ਆਇਆ, ਵਾਹਿਗੁਰੂ ਭੱਟ ਸਾਹਿਬਾਨਾਂ ਨੇ ਸ਼ਬਦ ਬਾਣੀ ਵਿੱਚ ਵਰਤਿਆ, ਵਾਹਿਗੁਰੂ ਵਾਹਿਗੁਰੂ ਤੇਰਾ ਸਭ ਸਦਕਾ ਬਾਣੀ ਵਿੱਚ ਆਇਆ। ਹੁਣ ਕਿਵੇਂ ਇਹਨਾਂ ਸ਼ਬਦਾਂ ਨੂੰ ਤੁਸੀਂ ਝੁਠਲਾ ਦਿਓਗੇ? ਕਿਵੇਂ ਕਵਾਂਗੇ ਕਿ ਵੀ ਨਹੀਂ ਇਹ ਸ਼ਬਦ ਇਸ ਤਰ੍ਹਾਂ ਨਹੀਂ ਕੁਝ ਵੀ ਹੁੰਦਾ? ਅੱਜ ਦੇ ਦਾਅਵੇ ਕਰ ਕਰਕੇ ਕਹਿੰਦੇ ਆ ਨਾ ਕਿ ਵੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ, ਨਹੀਂ ਕਰਨਾ, ਸਿੱਧਾ ਬਾਣੀ ਪੜ੍ਹੋ ਤੁਸੀਂ। ਨਹੀਂ, ਤਿਆਰੀ ਕੀ ਆ ਸਾਡੀ? ਮਹਾਰਾਜ ਕਿਰਪਾ ਕਰਨ, ਇੱਕ ਬਚਨ ਹੈ ਜੀ ਭਾਈ ਗੁਰਦਾਸ ਜੀ ਦਾ, ਸਿੱਖ ਕੌਮ ਦੇ ਵਿਦਵਾਨ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਹੈ, ਸਮਰੱਥ ਗੁਰੂ ਦਾ। ਉਹਨਾਂ ਨੇ ਇੱਕ ਬੜਾ ਕਮਾਲ ਦਾ ਵਚਨ ਲਿਖਿਆ। ਕਹਿਣ ਲੱਗੇ, ਸਿੱਖਾ ਇੱਕ ਗੱਲ ਯਾਦ ਰੱਖੀ, ਇੱਕ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨ ਦੇ ਅੰਦਰ ਵਸਾ ਕੇ ਰੱਖੀ। ਜਿਹੜਾ ਵਾਹਿਗੁਰੂ ਹੈ ਨਾ, ਵੇਖੋ ਇੱਕ ਹੁੰਦਾ ਮੂਲ ਮੰਤਰ ਤੇ ਇੱਕ ਹੁੰਦਾ ਗੁਰ ਮੰਤਰ। ਇੱਕ ਹੁੰਦਾ ਮੂਲ ਮੰਤਰ ਤੇ ਇੱਕ ਹੁੰਦਾ ਗੁਰ ਮੰਤਰ। ਮੂਲ ਮੰਤਰ ਕੀ ਹੈ ਸਾਡਾ? ਮੂਲ ਕੀ ਹੈ? ਮੁੱਢ ਕੀ ਹੈ ਸਾਡਾ? ਇੱਕ ਓੰਕਾਰ ਸਤਨਾਮ, ਜੋ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇਹ ਹੈ ਸਾਡਾ ਮੂਲ। ਤੇ ਇੱਕ ਹੈ ਗੁਰ ਮੰਤਰ, ਜਿਹਦੀ ਗੱਲ ਭਾਈ ਗੁਰਦਾਸ ਜੀ ਪਏ ਕਰਦੇ ਆ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ। ਵਾਹਿਗੁਰੂ ਜਿਹੜਾ ਸ਼ਬਦ ਹੈ ਨਾ, ਇਹ ਗੁਰੂ ਦਾ ਦਿੱਤਾ ਹੋਇਆ ਮੰਤਰ ਹੈ। ਮੂਲ ਮੰਤਰ ਤੇ ਗੁਰ ਮੰਤਰ ਦੋਵਾਂ ਵਿੱਚ ਥੋੜ੍ਹਾ ਜਿਹਾ ਫਰਕ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋ ਮੈਂ ਖੋਈ। ਵਾਹਿਗੁਰੂ ਇੱਕ ਗੁਰੂ ਮੰਤਰ ਹੈ। ਜਿਵੇਂ ਜਿਵੇਂ ਕੋਈ ਗੁਰੂ ਮੰਤਰ ਨੂੰ ਪੜ੍ਹੇਗਾ, ਜਿਵੇਂ ਜਿਵੇਂ ਕੋਈ ਉਹਦੇ ਵਿੱਚ ਜੁੜੇਗਾ, ਕੋਈ 10 ਮਿੰਟ ਪੜ੍ਹ ਲੈ, ਕੋਈ 20 ਮਿੰਟ ਪੜ੍ਹ ਲੈ। ਮਰਿਆਦਾ 'ਚ ਲਿਖਿਆ 10 ਮਿੰਟ 15 ਮਿੰਟ 20 ਮਿੰਟ ਚੌਂਕੜਾ ਮਾਰ ਕੇ ਪਹਿਲਾਂ ਤਿਆਰੀ ਕਰ, ਮੈਂ ਅੱਗੇ ਬਾਣੀ ਪੜ੍ਹਨ ਲੱਗਾ। ਅਰਦਾਸ ਕਰ, ਮਹਾਰਾਜ ਮੈਂ ਤੇਰੀ ਬਾਣੀ ਪੜ੍ਹਨ ਦੀ ਸਮਰੱਥਾ ਰੱਖਦਾ ਹੋਵਾਂ, ਮੇਰੇ ਅੰਦਰ ਉਹ ਤਾਕਤ ਹੋਵੇ ਕਿ ਮੈਂ ਤੇਰੀ ਬਾਣੀ ਪੜ੍ਹ ਸਕਾਂ।
मैं नहीं पढ़ सकता, क्यों? वो तां ही पढ़ांगा जे मेरी तैयारी होएगी। फिर वेखियो एक बारी जे तुसी करके वेखोगे ना, साडे उस्ताद भी ये गल कहिंदे हुंदे सन, एक बारी तैयारी करके बैठो तो सही। ਗਿਆਨੀ ਅਮਰਜੀਤ ਸਿੰਘ ਹੁੰਦੇ ਸੀ ਜੀ ਸਾਨੂੰ ਪੜ੍ਹਾਉਣ ਦੇ ਲਈ, ਕਾਲਜ ਸਾਡੇ ਪ੍ਰੋਫੈਸਰ ਸਨ, ਉਹ ਕਹਿੰਦੇ ਹੁੰਦੇ ਸਨ ਸਾਨੂੰ, ਕਹਿੰਦੇ ਇੱਕ ਵਾਰੀ ਕਰਕੇ ਦੇਖੋ, ਕਰਕੇ ਦੇਖੋਗੇ ਤਾਂ ਚੇਤੇ ਰੱਖਣਾ, ਤਾਂ ਪਤਾ ਲੱਗੇਗਾ। ਜੇ ਨਹੀਂ ਕਰਕੇ ਦੇਖੋਗੇ, ਤੇ ਕਈ ਕਰਦੇ ਵੀ ਹੁੰਦੇ ਸਨ, ਐਸੀ ਗੱਲ ਨਹੀਂ ਕਿ ਕਰਦੇ ਨਹੀਂ ਸਨ ਹੁੰਦੇ, ਕਰਦੇ ਸਨ, ਆਨੰਦ ਬੜਾ ਮਿਲਦਾ ਸੀ ਅਗਲਿਆਂ ਨੂੰ, ਕਹਿੰਦੇ ਸੀ ਇਹ ਤਾਂ ਗੱਲ ਹੀ ਬੜੀ ਕਮਾਲ ਦੀ ਹੈ, ਕਰਕੇ ਤਾਂ ਦੇਖੀਏ। ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਵੀ ਕਰੀਏ ਕਿਵੇਂ। ਗੱਲ ਇਹ ਹੈ ਕਿ ਵੀ ਕਰੀਏ ਕਿਵੇਂ। ਕਰ ਤੇ ਸਾਡੇ ਕੋਲ ਹੋ ਹੀ ਨਹੀਂ ਰਿਹਾ। ਦੁਨੀਆ ਦੀ ਹਰੇਕ ਚੀਜ਼ ਆਪਾਂ ਕਰ ਸਕਦੇ ਹਾਂ, ਕਿਉਂਕਿ ਸਾਡੇ ਲਈ ਉਹ ਸੌਖੀਆਂ ਨੇ ਚੀਜ਼ਾਂ। ਜਿਹੜੀਆਂ ਚੀਜ਼ਾਂ ਸਾਡੇ ਲਈ ਔਖੀਆਂ ਨੇ, ਉਹ ਬੰਦਾ ਉਹਨੂੰ ਸੌਖੀਆਂ ਸਮਝੀ ਬੈਠਾ, ਅਤੇ ਜਿਹੜੀ ਸੌਖੀ ਹੈ ਉਹਨੂੰ ਔਖੀ ਸਮਝੀ ਬੈਠਾ। ਹੁਣ ਰੱਬ ਦੀ ਬਾਤ, ਗੁਰੂ ਦੀ ਗੱਲ, ਨਿਰੰਕਾਰ ਦੀ ਗੱਲ ਬੰਦੇ ਨੂੰ ਔਖੀ ਲੱਗਦੀ ਹੈ, ਤਾਂ ਹੀ ਤਾਂ ਬੰਦਾ ਕਰਦਾ ਨਹੀਂ ਹੈ। ਮਹਾਰਾਜ ਨੇ ਕਿਰਪਾ ਕੀਤੀ, ਜਿਹੜਾ ਅੱਜ ਦਾ ਸਲੋਕ ਹੈ ਨਾ ਜੀ, ਉਹਦੇ ਵਿੱਚ ਕੁਝ ਮਹਾਰਾਜ ਨੇ ਸਿਮਰਨ ਦੀ ਗੱਲ ਕੀਤੀ ਹੈ। ਪਹਿਲਾਂ ਮਹਾਰਾਜ ਨੇ ਪਖੰਡ ਦੀਆਂ ਜੜ੍ਹਾਂ ਨੂੰ ਵੱਢਿਆ, ਕਰਮ ਕਾਂਡ ਵਿੱਚ ਪਏ ਹੋਏ ਬੰਦੇ ਉਸ ਬ੍ਰਾਹਮਣ ਦੀਆਂ ਗੱਲਾਂ ਕੀਤੀਆਂ। ਇਸ ਜੇ ਪੌੜੀ, ਇਸ ਸਲੋਕ ਨੂੰ ਜੇ ਆਪ ਜੀ ਨੇ ਸਮਝਣਾ ਨਾ, ਤੇ ਮੈਂ ਕਹਿੰਦਾ ਕਿ ਵੀ ਸਭ ਤੋਂ ਲਾਸਟ ਵਾਲੀਆਂ ਪੰਕਤੀਆਂ ਨੂੰ ਆਧਾਰ ਬਣਾਓ। ਪਹਿਲਾਂ ਲਾਸਟ ਵਾਲੀਆਂ ਪੰਕਤੀਆਂ ਨੂੰ ਸਮਝਿਓ ਕਿ ਵੀ ਮਹਾਰਾਜ ਕਹਿਣਾ ਕੀ ਚਾਹੁੰਦੇ ਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਵੈ ਰਸ ਖਾਹੇ, ਨਾਨਕ ਇਹ ਮੈਂ ਜਾਣੀਐ, ਤਿਤ ਮੁਖ ਤੁੱਕਾ ਪਾਹੇ। ਹੁਣ ਇਸ ਤੁਕਾਂ ਨੂੰ ਪਹਿਲਾਂ ਸਮਝਣਾ ਪਏਗਾ। ਮਹਾਰਾਜ ਕਹਿੰਦੇ ਆ, ਜਿਸ ਮੂੰਹ ਤੋਂ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਾਂਦਾ, ਬੜੇ ਐਸੇ ਨੇ ਜਿਹੜੇ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਲੈਂਦੇ ਹੀ ਨਹੀਂ। ਮਹਾਰਾਜ ਨੇ ਤੇ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਾਂ ਪੜ੍ਹਦੇ ਹਾਂ, ਸਿਮਰਨ ਤੋਂ ਵੀ ਹੋਣਾ ਬੰਦਾ, ਬੰਦਗੀ ਤੋਂ ਵੀ ਹੋਣਾ ਬੰਦਾ। ਉਹਨੂੰ ਸਤਿਗੁਰੂ ਜੀ ਕਹਿੰਦੇ ਆ, ਜਿੰਨਾ ਮਰਜ਼ੀ ਵੱਡਾ ਹੋਵੇ, ਭਾਵੇਂ 9 ਖੰਡਾਂ ਦਾ ਰਾਜ ਉਹਦੇ ਕੋਲ ਹੋਵੇ, ਸਾਰੇ ਸੰਸਾਰ ਨੂੰ ਜਿੱਤਣ ਵਾਲਾ ਵੀ ਕਿਉਂ ਨਾ ਹੋਵੇ, ਮਹਾਰਾਜ ਕਹਿੰਦੇ ਆ ਇਹ ਸਾਰਾ ਕੁਝ ਹੋਵੇ ਨਾ ਉਹਦੇ ਕੋਲ, ਪਰ ਜੇ ਰੱਬ ਦਾ ਨਾਮ ਨਾ ਹੋਵੇ, ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਇੱਕ ਸੱਪ ਦੀ ਜੂਨੀ ਭੋਗ ਰਿਹਾ, ਇਸ ਤੋਂ ਵੱਧ ਕੁਝ ਵੀ ਨਹੀਂ ਕਰ ਰਿਹਾ, ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਬਚਨ ਪੜ੍ਹਦੇ ਹਾਂ ਆਪਾਂ ਗੁਰੂ ਅਰਜਨ ਪਾਤਸ਼ਾਹ ਦਾ, ਬਿਨ ਨਾਮੈ ਜਿਉ ਸੀ ਜੀਵਨ ਬਲਨਾ, ਬਿਨ ਸਿਮਰਨ, ਮਾਫ ਕਰਨਾ, ਬਿਨ ਸਿਮਰਨ ਜਿਉ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਬਿਨਾਂ ਨਾਮ ਤੋਂ ਜੇ ਉਹਦੀ ਜ਼ਿੰਦਗੀ ਜੀਵੀ ਜਾ ਰਹੀ ਹੈ, ਜੇ ਉਹ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਕਿ ਮੈਂ ਜੀ ਰਿਹਾ, ਮਹਾਰਾਜ ਕਹਿੰਦੇ ਨਹੀਂ, ਸੱਪ ਦੀ ਤਰ੍ਹਾਂ ਜੀ ਰਿਹਾ। ਜਿਵੇਂ ਸੱਪ ਜੀ ਰਿਹਾ ਹੁੰਦਾ, ਸਾਰੀ ਜ਼ਿੰਦਗੀ ਤੜਫਦਾ ਰਹਿੰਦਾ। ਤੜਫਣ ਦਾ ਵੀ ਇੱਕ ਕਾਰਨ ਹੈ ਜੀ ਸੱਪ ਦਾ। ਉਹ ਕਾਰਨ ਕੀ ਹੈ ਭਲਾ? ਉਹਦੇ ਅੰਦਰ ਜ਼ਹਿਰ ਹੈ, ਵਿਸ਼ ਹੈ। ਉਹ ਆਪਣੀ ਜ਼ਹਿਰ ਦੀ ਗਰਮੈਸ਼ ਦੇ ਨਾਲ ਹੀ ਤੜਫਦਾ ਰਹਿੰਦਾ, ਸਾਰੀ ਜ਼ਿੰਦਗੀ ਤੜਫਣ ਬਣੀ, ਦੁੱਖ ਬਣਿਆ ਰਹਿੰਦਾ ਉਹਦੇ ਅੰਦਰ। ਮਹਾਰਾਜ ਕਹਿੰਦੇ ਜਿਸ ਬੰਦੇ ਦੇ ਅੰਦਰ ਪਰਮਾਤਮਾ ਦੀ ਭਜਨ ਬੰਦਗੀ ਨਹੀਂ, ਨਿਰੰਕਾਰ ਦਾ ਨਾਮ ਨਹੀਂ, ਮਹਾਰਾਜ ਕਹਿੰਦੇ ਸੱਪ ਦੀ ਤਰ੍ਹਾਂ, ਜਿਵੇਂ ਉਹ ਜ਼ਹਿਰ ਦੀ ਤਪਸ਼ ਦੇ ਨਾਲ ਤੜਫਦਾ ਰਹਿੰਦਾ, ਬੰਦਾ ਵੀ ਇਵੇਂ ਦੁੱਖਾਂ ਦੇ ਨਾਲ ਤੜਫਦਾ ਰਹਿੰਦਾ। ਧਿਆਨ ਮਾਰੋ ਖਾਂ, ਅੱਜ ਕਿਹਦੇ ਕੋਲ ਦੁੱਖ ਨਹੀਂ। ਐਸਾ ਬੰਦਾ ਹੈ ਦੁਨੀਆ 'ਤੇ ਜਿਹੜਾ ਸੁਖੀ ਹੋਵੇ, ਐਸਾ ਬੰਦਾ ਹੈ ਦੁਨੀਆ 'ਤੇ ਜਿਹੜਾ ਕਹਿੰਦਾ ਹੋਵੇ, ਦਾਅਵੇ ਦੇ ਨਾਲ ਕਹਿ ਰਿਹਾ ਹੋ ਕਿ ਮੈਂ ਸੁਖੀ ਹਾਂ। ਨਹੀਂ, ਐਵੇਂ ਥੋੜ੍ਹਾ ਮਹਾਰਾਜ ਨੇ ਬਾਣੀ ਵਿੱਚ ਬਚਨ ਕਹਿ ਦਿੱਤਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਤਾਂ ਇਕੱਲਾ ਇਹੀ ਸੋਚਦਾ ਕਿ ਵੀ ਦੁੱਖ ਮੈਨੂੰ ਹੀ ਚੰਬੜਿਆ। ਭਗਤ ਫਰੀਦ ਜੀ ਭਾਵੇਂ ਬਚਨ ਆਪਣੇ 'ਤੇ ਢੁਕਾਇਆ ਜਾ ਰਿਹਾ, ਪਰ ਕਹਿ ਕਿਹਨੂੰ ਰਿਹਾ? ਸਾਡੇ ਵਰਗਿਆਂ ਨੂੰ ਕਹਿ ਰਿਹਾ, ਸੰਸਾਰ ਨੂੰ ਕਹਿ ਰਿਹਾ, ਲੁਕਾਈ ਨੂੰ ਕਹਿ ਰਿਹਾ। ਲੁਕਾਈ ਨੂੰ ਦੱਸ ਰਿਹਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਹੈ ਜਗ। ਮੈਂ ਜਾਣਿਆ ਸੀ ਕਿ ਵੀ ਦੁੱਖ ਇਕੱਲਾ ਮੈਨੂੰ ਹੀ ਲੱਗਾ, ਪਰ ਮੈਂ ਤਾਂ ਜਦੋਂ ਵੇਖਿਆ ਸੰਸਾਰ ਵੱਲ ਝਾਤ ਮਾਰ ਕੇ, ਦੁੱਖ ਸਬਾਇਆ ਸਾਰੇ ਸੰਸਾਰ ਨੂੰ ਹੀ ਦੁੱਖ ਲੱਗਾ। ਕਿਸੇ ਘਰ ਥੋੜ੍ਹਾ ਹੈ, ਕਿਸੇ ਘਰ ਜ਼ਿਆਦਾ ਹੈ। ਅੱਗ ਤਾਂ ਸਭ ਦੇ ਘਰ ਹੀ ਲੱਗੀ ਹੈ। ਵੇਖੋ ਪਹਿਲਾਂ ਚੁੱਲ੍ਹਿਆਂ 'ਚ ਬਲਦੀ ਸੀ, ਹੁਣ ਗੈਸਾਂ ਰਾਹੀਂ ਬਲਦੀ ਹੈ।
ਪਹਿਲਾਂ ਚੁੱਲ੍ਹਿਆਂ 'ਚ ਬਲਦੀ ਹੁੰਦੀ ਸੀ। ਪੁਰਾਤਨ ਥੋੜ੍ਹਾ ਜਿਹਾ 40 50 60 ਸਾਲ ਪਿਛਾਂ ਚਲੇ ਜਾਓ, ਅੱਜ ਵੀ ਐਸੇ ਪਿੰਡਾਂ ਦੇ ਵਿੱਚ ਜਾਓ ਮਾਹੌਲ ਤੁਸੀਂ, ਅੱਜ ਵੀ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਦੇ ਅਗਲੇ। ਇੱਥੇ ਦਿੱਲੀ ਦੇ ਅੰਦਰ ਵੀ ਕਈ ਬਾਲਦੇ ਹੀ ਹੋਣਗੇ, ਬੜੇ ਹੋਣਗੇ ਐਸੇ। ਕਹਿਣ ਲੱਗੀ ਵੀ ਕਿਸੇ ਦੇ ਘਰ ਥੋੜ੍ਹੀ ਬਲਦੀ ਹੈ, ਕਿਸੇ ਦੇ ਘਰ ਜ਼ਿਆਦਾ ਬਲਦੀ ਹੈ, ਅੱਗ ਤਾਂ ਸਭ ਦੇ ਘਰ ਬਲਦੀ ਹੈ। ਐਸਾ ਕੋਈ ਘਰ ਨਹੀਂ ਹੈ ਜਿਸ ਘਰ ਵਿੱਚ ਅੱਗ ਨਾ ਹੋਵੇ। ਇੱਥੇ ਗੱਲ ਬਾਹਰੀ ਅੱਗ ਦੀ ਨਹੀਂ ਹੈ, ਇੱਥੇ ਗੱਲ ਹੈ ਅੰਦਰ ਦੀ ਅੱਗ, ਦੁੱਖਾਂ ਦੀ ਅੱਗ। ਕਿਸੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ। ਮਹਾਰਾਜ ਕਹਿੰਦੇ ਸਭ ਸਬਾਇਆ ਜਗ। ਅੱਗੇ ਭਗਤ ਪ੍ਰੀਤ ਜੀ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ। ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਥੋੜ੍ਹਾ ਜਿਹਾ ਉੱਚਾ ਹੋ ਕੇ ਵੇਖੋ, ਥੋੜ੍ਹਾ ਜਿਹਾ ਭਗਤ ਫਰੀਦ ਜੀ ਦੀ ਤਰ੍ਹਾਂ ਵੇਖੋ ਉੱਚਾ ਕਿਤੇ। ਇਹ ਥੋੜ੍ਹਾ ਕਿ ਹੁਣ ਛੱਤ 'ਤੇ ਜਾ ਕੇ ਵੇਖਾਂਗੇ ਕਿ ਘਰ ਅੱਗ ਲੱਗੀ, ਨਹੀਂ, ਇੱਕ ਦੋ ਘਰ ਹੀ ਦਿਸਣਗੇ ਤੁਹਾਨੂੰ, ਜ਼ਿਆਦਾ ਨਹੀਂ ਵੇਖ ਪਾਉਂਗੇ। ਕਹਿਣ ਦਾ ਮਤਲਬ ਇਹ ਹੈ ਕਿ ਵੀ ਆਪਣੀ ਸੁਰਤ ਨੂੰ ਜਦੋਂ ਮੈਂ ਉੱਚਾ ਕਰਕੇ ਦੇਖਿਆ ਨਾ, ਆਪਣੇ ਦਿਮਾਗ ਨੂੰ, ਅਕਲ ਦੇ ਘੋੜਿਆਂ ਨੂੰ ਜਦੋਂ ਦੌੜਾਇਆ ਥੋੜ੍ਹਾ ਜਿਹਾ, ਫਿਰ ਪਤਾ ਲੱਗਾ ਕਿ ਵੀ ਅੱਗ ਤਾਂ ਸਭ ਦੇ ਘਰਾਂ ਦੇ ਵਿੱਚ ਵੀ ਬਲਦੀ ਹੈ, ਦੁੱਖ ਤਾਂ ਸਭ ਦੇ ਵਿੱਚ ਘਰ ਵਿੱਚ ਹੈ। ਇੱਕ ਬਚਨ ਹੋਰ ਸੁਣਿਓ, ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਕਾਰਨ ਕੀ ਹੈ ਦੁੱਖ ਦਾ? ਆਪਾਂ ਵੇਖੋ ਨਾ, ਡਾਕਟਰ ਜਿਹੜਾ ਹੁੰਦਾ ਹੈ ਉਹ ਇਲਾਜ ਕਰਨ ਤੋਂ ਪਹਿਲਾਂ ਉਹ ਕਹਿੰਦਾ ਟੈਸਟ ਕਰਾ ਪਹਿਲਾਂ ਆਪਣੇ। ਟੈਸਟ ਦਾ ਰਾਹੀਂ ਪਤਾ ਤਾਂ ਲੱਗੇ ਕਿ ਰੋਗ ਲੱਗਾ ਕਿਹੜਾ, ਤੈਨੂੰ ਰੋਗ ਲੱਗ ਕਿਵੇਂ ਗਿਆ। ਫਿਰ ਉਹ ਸਾਰਾ ਕੁਝ ਲੱਭਦਾ, ਉਹਨੂੰ ਉਹ ਦੱਸਦਾ ਹੈ ਕਿ ਵੀ ਕਿਹੜੀ ਦਵਾਈ ਹੈ, ਕਿਸ ਚੀਜ਼ ਕਰਕੇ ਸਾਈਡ ਇਫੈਕਟ ਹੋ ਰਹੇ ਨੇ, ਇਹ ਚੀਜ਼ਾਂ ਛੱਡਣੀਆਂ ਪੈਣਗੀਆਂ, ਇਹ ਕਾਰਨ ਨੇ ਸਾਰੇ ਤੇਰੇ ਬਿਮਾਰ ਹੋਣ ਦੇ। ਡਾਕਟਰ ਕਹਿੰਦਾ ਨਾ ਕਿ ਪਹਿਲਾਂ ਟੈਸਟ ਕਰਾ। ਚਲੋ ਇੱਥੇ ਇੰਡੀਆ ਦੇ ਅੰਦਰ ਤਾਂ ਇਵੇਂ ਡਾਕਟਰ ਜਿਵੇਂ ਤੁਸੀਂ ਗਏ ਦਵਾਈ ਤੁਹਾਨੂੰ ਦੇ ਦੇਣੀ, ਉਹਨਾਂ ਨੇ ਨਾ ਪੁੱਛਣਾ ਨਾ ਗਿੱਛਣਾ, ਭਾਵੇਂ ਅਗਲਾ ਮਰਦਾ ਹੋਵੇ। ਆ ਬਾਹਰਲੀਆਂ ਕੰਟਰੀਆਂ 'ਚ ਦੇਖਿਆ ਮੈਂ, ਉੱਥੇ ਪਤਾ ਕੀ ਹੈ, ਉਹ ਬਿਨਾਂ ਗੱਲ ਤੋਂ ਇੱਕ ਗੋਲੀ ਵੀ ਬੱਚੇ ਤੱਕ, ਬੱਚਾ ਹੋਵੇ ਭਾਵੇਂ ਬਜ਼ੁਰਗ ਹੋਵੇ, ਇੱਕ ਗੋਲੀ ਵੀ ਕਿਸੇ ਦੇ ਹੱਥ ਵਿੱਚ ਨਹੀਂ ਰੱਖਦੇ। ਉਹ ਤੁਹਾਡੀ ਗਲਤੀ ਹੈ ਕਿ ਵੀ ਤੁਸੀਂ ਭਾਵੇਂ ਖਾ ਲਓ, ਪਰ ਉਹ ਕਿਸੇ ਨੂੰ ਵੀ ਇੱਕ ਗੋਲੀ ਨਹੀਂ ਦਿੰਦੇ। ਕਿਉਂ? ਉਹ ਗੋਲੀ ਉਦੋਂ ਦੇਣਗੇ, ਦਵਾਈ ਉਦੋਂ ਦੇਣਗੇ ਜਦੋਂ ਤੱਕ ਉਹ ਟੈਸਟ ਨਾ ਕਰਾ ਲੈਣ, ਉਹਦੇ ਚੰਗੀ ਤਰ੍ਹਾਂ ਉਹਨਾਂ ਨੂੰ ਕਨਫਰਮ ਨਾ ਹੋ ਜਾਏ ਕਿ ਵੀ ਇਹਨੂੰ ਰੋਗ ਲੱਗਾ ਕਿਵੇਂ, ਕਾਰਨ ਕੀ ਨੇ ਰੋਗ ਦੇ, ਆਇਆ ਕਿੱਥੋਂ ਇਹਦੇ ਅੰਦਰ ਰੋਗ। ਉਹ ਜੜ ਫੜਦੇ ਆ। ਸਾਡੇ ਵਾਲੇ ਜੜ੍ਹਾਂ ਨਹੀਂ ਫੜਦੇ, ਸਗੋਂ ਜੜ੍ਹਾਂ ਹੋਰ ਖੋਖਲੀਆਂ ਕਰ ਦਿੰਦੇ ਆ। ਇਹਦੇ ਬੰਦਾ ਮਾਰਨ ਦੇ ਵੀ ਚੇਤੇ ਰੱਖਣਾ, ਪੈਸੇ ਬਣਾਉਂਦੇ ਆ। ਸਾਡੇ ਇੰਡੀਆ ਦੇ ਤੇ ਇਹ ਹਾਲ ਨੇ। ਇਹ ਤਾਂ ਬੰਦੇ ਮਰ ਗਿਆ ਨਾ, ਬੰਦਾ ਮਰ ਗਿਆ, ਵੈਂਟੀਲੇਟਰ 'ਤੇ ਪਿਆ ਹੋਵੇ ਬੰਦਾ, ਅਤੇ 7 ਦਿਨ 8 ਦਿਨ ਆਕਸੀਜਨ ਲਾ ਕੇ ਉਹਦੇ ਸਾਹ ਹੀ ਫੁਲਾਈ ਜਾਣਗੇ, ਪੈਸਾ ਇਕੱਠਾ ਕਰਨਾ। ਸਾਡੇ ਵਾਲਿਆਂ ਦਾ ਇਹ ਹਾਲ ਹੈ। ਉਹ ਬੰਦਾ ਮਾਰਦੇ ਨਹੀਂ, ਉਹ ਬੰਦੇ ਨੂੰ ਬਚਾਉਣ ਦੀ ਕਰਦੇ ਆ। ਉਹ ਬੰਦੇ ਨੂੰ ਬਚਾਉਣਾ ਚਾਹੁੰਦੇ ਆ ਕਿ ਵੀ ਇਹਨੂੰ ਕਿਸੇ ਤਰੀਕੇ ਨਾਲ ਬਚਾਇਆ ਜਾਵੇ। ਸੋ ਮੈਂ ਬੇਨਤੀ ਕਰਦਾ ਸਾਂ, ਜਿਵੇਂ ਹਰੇਕ ਚੀਜ਼ ਦੀ ਜੜ ਪਕੜਦੇ ਆ ਡਾਕਟਰ, ਮਹਾਰਾਜ ਕਹਿੰਦੇ ਆ ਜੜ ਵੇਖ ਦੁੱਖਾਂ ਦੀ, ਕਿ ਦੁੱਖ ਆਇਆ ਕਿੱਥੋਂ ਹੈ ਤੇਰੇ ਕੋਲ। ਦੁਖੀ ਆ ਸਭ ਸੰਸਾਰ, ਇਹ ਸੰਸਾਰ ਕੋਲੋਂ ਦੁੱਖ ਆਇਆ ਕਿੱਥੋਂ ਹੈ। ਮਹਾਰਾਜ ਕਹਿੰਦੇ ਆ ਸੰਸਾਰ ਕੋਲ ਦੁੱਖ ਆਇਆ ਪਤਾ ਕਿੱਥੋਂ। ਹੁਣ ਮਹਾਰਾਜ ਟੈਸਟ ਕਰਕੇ ਦੱਸਦੇ ਆ, ਸਾਡੇ ਟੈਸਟ ਹੋ ਗਏ ਸਾਡੇ, ਮਹਾਰਾਜ ਹੁਣ ਦਵਾਈ ਦਿੰਦੇ ਆ, ਕਹਿੰਦੇ ਪਤਾ ਕਿੱਥੋਂ ਆਇਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇੱਥੋਂ ਆਇਆ ਦੁੱਖ। ਸ਼ੁਰੂਆਤ ਪਤਾ ਕਿੱਥੋਂ ਹੋਈ ਹੈ ਦੁੱਖ ਦੀ? ਸ਼ੁਰੂਆਤ ਦੁੱਖ ਦੀ ਹੋਈ ਹੈ ਰੱਬ ਨੂੰ ਭੁੱਲਣ ਕਰਕੇ, ਨਿਰੰਕਾਰ ਦੀ ਯਾਦ ਨੂੰ ਭੁੱਲਣ ਕਰਕੇ ਸਾਰਾ ਦੁੱਖ ਆ ਗਿਆ। ਜੇ ਭੁੱਲਦਾ ਹੀ ਨਾ ਤਾਂ ਦੁੱਖ ਕਦੇ ਵੀ ਨਾ ਆਉਂਦਾ, ਜੇ ਭੁੱਲਦਾ ਨਾ ਕਦੇ ਵੀ ਨਾ ਆਉਂਦਾ ਦੁੱਖ। ਮਹਾਰਾਜ ਜੇ ਮੈਂ ਅੱਜ ਤੋਂ ਹੀ ਆਰਾਧਨਾ ਸ਼ੁਰੂ ਕਰਦਾ, ਮੈਂ ਸਿਮਰਨਾ ਸ਼ੁਰੂ ਕਰਦਾ, ਤੇਰੇ ਨਾਲ ਜੁੜ ਜਾਵਾਂ, ਕਿ ਮੈਨੂੰ ਇਹ ਦੁੱਖ ਨਹੀਂ ਰਹੇਗਾ। ਮਹਾਰਾਜ ਕਹਿੰਦੇ ਦੁੱਖ ਨਹੀਂ ਰਹੇਗਾ, ਨਾ ਮਨ ਕਰਕੇ ਦੁੱਖ ਹੋਏਗਾ, ਨਾ ਤਨ ਕਰਕੇ ਹੋਏਗਾ। ਉਹ ਕਿਵੇਂ ਮਹਾਰਾਜ? ਮਹਾਰਾਜ ਕਹਿੰਦੇ ਆ ਇੱਕ ਯਾਦ ਰੱਖੀ, ਦੁੱਖ ਰੋਗ, ਰੋਜ਼ ਪੜ੍ਹਦੇ ਹੋ ਆਪ ਜੀ ਇਹ ਬਚਨ, ਵੇਖੋ ਭਰੋਸਾ ਹੁੰਦਾ ਹੈ। ਅੱਜ ਭਾਵੇਂ ਦਾਅਵੇ ਕਰਕੇ ਬੰਦਾ ਕਹਿੰਦਾ ਹੋਵੇ ਕਿ ਵੀ ਨਾ ਇਸ ਤਰ੍ਹਾਂ ਨਹੀਂ ਹੁੰਦਾ,
ਇਹ ਕਹਾਣੀ ਵਾਪਰ ਹੀ ਨਹੀਂ ਸਕਦੀ। ਇੱਕ ਪਾਸੇ ਸਾਖੀਆਂ ਇਹ ਸੁਣਾਈ ਜਾਂਦੇ ਆ, ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚਾ ਪਾਤਸ਼ਾਹ ਘਰ ਘਰ ਅੰਦਰ ਜਿਹੜਾ ਜਾ ਕੇ ਮਰਜ਼ ਇਲਾਜ ਪਿਆ ਕਰਦਾ ਹੈ, ਉਹਨੂੰ ਦੇਖਣ ਦੇ ਨਾਲ ਸਾਰੇ ਦੁੱਖ ਦੂਰ ਹੋ ਗਏ। ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਇੱਕ ਪਾਸੇ ਇਹ ਚੀਜ਼ਾਂ ਦੇ ਦਾਅਵੇ ਪਏ ਬਹਿ ਕੇ ਸਟੇਜਾਂ 'ਤੇ ਕਰਦੇ ਆ, ਅਤੇ ਦੂਜੇ ਪਾਸੇ ਮੰਨਣ ਦੇ ਲਈ ਤਿਆਰ ਹੀ ਨਹੀਂ ਆਪਾਂ। ਦੂਜੇ ਪਾਸੇ ਮੰਨਣ ਲਈ ਤਿਆਰ ਹੀ ਨਹੀਂ ਆਪਾਂ। ਕਿਤੇ ਸ਼੍ਰੋਮਣੀ ਕਮੇਟੀ ਦੀਆਂ ਵੈਬਸਾਈਟਾਂ 'ਤੇ ਜਾ ਕੇ ਪੜ੍ਹਿਓ ਤਾਂ ਸਹੀ ਉਹਨਾਂ ਦੀਆਂ ਗੱਲਾਂ, ਪੜ੍ਹਿਓ ਤਾਂ ਸਹੀ ਉਹਨਾਂ ਦੀਆਂ ਗੱਲਾਂ, ਕਿਸ ਤਰ੍ਹਾਂ ਦੁੱਖਾਂ ਦਾ ਇਲਾਜ ਕਰਦਾ ਹੈ ਗੁਰੂ। ਹਾਂ, ਇਹ ਗੱਲ ਮੰਨਦੇ ਹਾਂ ਕਿ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਦੇ ਜੀਵਨ ਨੂੰ ਜਦੋਂ ਵਿਚਾਰੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੈਦਖਾਨੇ ਖੋਲ੍ਹੇ, ਦਵਾਈਆਂ ਮਹਾਰਾਜ ਦੇ ਕੋਲ, ਮਹਾਰਾਜ ਦਵਾਈਆਂ ਨਾਲ ਵੀ ਇਲਾਜ ਕਰਦੇ ਹੁੰਦੇ ਸਨ। ਐਸਾ ਨਹੀਂ ਸੀ ਕਿ ਮਹਾਰਾਜ ਦਵਾਈਆਂ ਨਾਲ ਇਲਾਜ ਨਹੀਂ ਸਨ ਕਰਦੇ। ਮਹਾਰਾਜ ਦੇ ਕੋਲ ਬੜੀਆਂ ਵਧੀਆ ਡਿਸਪੈਂਸਰੀਆਂ ਸਨ। ਵੱਡੇ ਵੱਡੇ ਹਾਕਮਾਂ ਦੇ ਪੁੱਤਰ ਠੀਕ ਹੋਏ ਆ ਸਤਿਗੁਰਾਂ ਦੇ ਵੈਦਖਾਨਿਆਂ ਦੇ ਵਿੱਚੋਂ। ਜਿਹੜੀ ਦਵਾਈ ਕਿਤੋਂ ਨਹੀਂ ਸੀ ਮਿਲਦੀ, ਉਹ ਗੁਰੂ ਸਾਹਿਬਾਨਾਂ ਦੇ ਵੈਦਖਾਨੇ ਵਿੱਚੋਂ ਮਿਲਦੀ ਸੀ, ਦਵਾਈ ਖਾਨੇ 'ਚੋਂ ਮਿਲਦੀ ਸੀ। ਇਹ ਵੀ ਮੰਨਦੇ ਆ, ਇਹ ਨਹੀਂ ਕਿ ਵੀ ਮੰਨਦੇ ਨਹੀਂ। ਗੁਰੂ ਜਿਹੜਾ ਹੈ ਉਹ ਰੋਗਾਂ ਦਾ ਇਲਾਜ ਹੈ। ਰੋਜ਼ ਆਪਾਂ ਇਹ ਬਚਨ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਰੇ ਪੜ੍ਹੋ, ਦੁੱਖ ਰੋਗ ਸੁਣੀ ਸੱਚੀ। ਬਸ ਸੱਚੀ ਬਾਣੀ ਨੂੰ ਸੁਣ ਲੈ, ਸੱਚੇ ਨਾਲ ਜੁੜ ਜਾ। ਚੇਤੇ ਰੱਖੀ ਕੋਈ ਦੁੱਖ ਰਹੇਗਾ ਹੀ ਨਹੀਂ। ਦੁੱਖ ਆਉਂਦਾ ਹੀ ਉਦੋਂ ਹੈ ਜਦੋਂ ਤੂੰ ਰੱਬ ਦੀ ਭਜਨ ਬੰਦਗੀ ਤੋਂ ਦੂਰ ਹੁੰਦਾ ਹੈ। ਮਹਾਰਾਜ ਕਹਿੰਦੇ ਬੰਦਿਆ, ਹੁਣ ਦੂਜੀ ਗੱਲ, ਰੱਬ ਨੇ ਗੁਰੂ ਨੇ ਕਿਰਪਾ ਕੀਤੀ, ਇੱਕ ਗੱਲ ਸਾਨੂੰ ਸਮਝਾਈ। ਕਹਿਣ ਲੱਗੇ ਖਾਣ ਲੱਗਿਆਂ ਵੀ ਤੈਨੂੰ ਰੱਬ ਯਾਦ ਹੋਵੇ, ਖਾਣ ਲੱਗਿਆਂ ਵੀ, ਪਹਿਨਣ ਲੱਗਿਆਂ ਵੀ ਤੈਨੂੰ ਰੱਬ ਯਾਦ ਹੋਵੇ, ਉੱਠਣ ਲੱਗਿਆਂ, ਬੈਠਣ ਲੱਗਿਆਂ, ਤੁਰਨ ਲੱਗਿਆਂ, ਸੌਣ ਲੱਗਿਆਂ, ਹਰੇਕ ਕਰਮ ਕਰਦਿਆਂ ਤੈਨੂੰ ਰੱਬ ਯਾਦ ਹੋਣਾ ਚਾਹੀਦਾ। ਮਹਾਰਾਜ ਨੇ ਬਾਣੀ ਵਿੱਚ ਸਾਰੇ ਬਚਨ ਕੀਤੇ ਆ, ਸੌਂਦੇ ਪੀ ਵਾਹੋ ਵਾਹੋ ਉਚਰੈ, ਉੱਠਦੇ ਪੀ ਵਾਹੋ ਕਰੇਨ। ਮਹਾਰਾਜ ਨੇ ਤਾਂ ਇਹ ਵੀ ਕਿਹਾ ਸਾਸ ਗਿਰਾਸ ਸੰਭਾਲਤਾ। ਉਹ ਤਾਂ ਸਾਸ ਗਿਰਾਸ ਹਰੇਕ ਚੀਜ਼ 'ਤੇ ਸੰਭਾਲ ਪਿਆ ਕਰਦਾ, ਪਰ ਉਹ ਰੱਬ ਨੂੰ ਯਾਦ ਤਾਂ ਕਰ। ਹੁਣ ਇੱਥੇ ਮਹਾਰਾਜ ਕਹਿੰਦੇ ਆ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ। ਜਿਹੜੇ ਮੁਖ ਤੋਂ ਪਰਮਾਤਮਾ ਦਾ ਨਾਮ ਨਹੀਂ ਨਾ ਉਚਾਰਿਆ ਜਾਂਦਾ, ਜਿਹੜਾ ਮੁਖ ਪਰਮਾਤਮਾ ਦਾ ਨਾਮ ਨਹੀਂ ਲੈਂਦਾ, ਤੇ ਇਵੇਂ ਹੀ ਹਰੇਕ ਰਸ ਖਾਈ ਜਾ ਰਿਹਾ, ਹਰੇਕ ਪਦਾਰਥ ਖਾਈ ਜਾ ਰਿਹਾ। ਮਹਾਰਾਜ ਉਹਨੂੰ ਕਹਿੰਦੇ ਆ, ਨਾਨਕ ਇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਹੇ ਨਾਨਕ ਇਵੇਂ ਜਾਣੋ, ਉਸ ਬੰਦੇ ਦੇ ਮੁਖ 'ਤੇ ਕੱਲ ਨੂੰ ਫਟਕਾਰਾਂ ਭਾਵ ਲਾਹਣਤਾਂ ਪੈਂਦੀਆਂ ਨੇ। ਫਟਕਾਰ ਲਾਹਣਤ ਕਹਿ ਲਓ ਕਿ ਵੀ ਇੱਕ ਐਸਾ ਸ਼ਬਦ ਹੈ ਬੰਦੇ ਨੇ ਕਦੀ ਸੋਚਿਆ ਵੀ ਨਹੀਂ ਹੋਣਾ। ਬਾਣੀ ਦੇ ਵਿੱਚ ਨਾ ਇਹ ਸ਼ਬਦ ਨੂੰ ਧ੍ਰਿਗ ਕਰਕੇ ਲਿਖਿਆ। ਜਿਵੇਂ ਆਪਾਂ ਰੋਜ਼ ਰਹਿ ਰਾਸ ਦੀ ਬਾਣੀ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਬਚਨ ਆਉਂਦਾ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ, ਧ੍ਰਿਗ ਜੀਵਾਸ। ਜੀਵੇ ਅਤੇ ਜੀਵਾਸ ਦੇ ਦੋਵੇਂ ਅਰਥ ਅਲੱਗ ਅਲੱਗ ਨੇ, ਚੇਤੇ ਰੱਖਣਾ। ਜੀ ਰਿਹਾ ਜੀਵਾਸ ਭਾਵ ਖਾ ਰਿਹਾ। ਮਹਾਰਾਜ ਕਹਿੰਦੇ ਕਿ ਵੀ ਉਹਦਾ ਜਿਉਣਾ ਹੀ ਧ੍ਰਿਗ ਹੈ, ਉਹਦਾ ਖਾਣਾ ਵੀ ਧ੍ਰਿਗ ਹੈ, ਜੇ ਚੇਤੇ ਰੱਖਣਾ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਰਹਿਤਨਾਮਿਆਂ ਦੇ ਅੰਦਰ ਤੇ ਇਸ ਤਰ੍ਹਾਂ ਦੇ ਸ਼ਬਦ ਲਿਖੇ ਆ ਕਿ ਵੀ ਸਿੱਖ ਨੇ ਉੱਠਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ, ਬਾਣੀ ਪੜ੍ਹਨੀ ਹੈ ਪਹਿਲਾਂ, ਫਿਰ ਮੁੜ ਕੇ ਕਿਸੇ ਚੀਜ਼ ਨੂੰ ਹੱਥ ਪਾਉਣਾ ਖਾਣ ਦੇ ਨੂੰ। ਇੱਥੇ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਉੱਠਦਿਆਂ ਸਾਰ ਅੱਖਾਂ 'ਚ ਘਸੁੰਨ ਹੁੰਦੇ ਆ ਅਤੇ ਮੰਗਣ ਖਾਣ ਲਈ ਆਪਾਂ ਚੀਜ਼ਾਂ ਮੰਗ ਰਹੇ ਹੁੰਦੇ ਹਾਂ। ਸਾਡੇ ਨਿਆਣਿਆਂ ਦੇ ਹਾਲਾਤ, ਅੱਖਾਂ ਮਲਦੇ ਹੁੰਦੇ ਆ ਅਤੇ ਪਹਿਲਾਂ ਖਾਣ ਲਈ ਸਾਨੂੰ ਚਾਹੀਦਾ। ਆਦਤ ਪਾਈਏ ਖਾਂ ਆਪਾਂ ਇੱਕ ਵਾਰੀ ਉਹਨਾਂ ਨੂੰ ਨਹੀਂ ਸਮਝਾਈਏ ਖਾਂ। ਆਪਣੇ ਆਪ ਨੂੰ ਸਮਝਾਵਾਂਗੇ ਤਾਂ ਦੂਜੇ ਦੀ ਗੱਲ ਕਰਾਂਗੇ, ਆਪਣੇ ਆਪ ਨੂੰ ਸਮਝਾ ਪਾਏ। ਪਹਿਲਾਂ ਆਪਣੇ ਆਪ ਨੂੰ ਸਮਝਾਈਏ ਕਿ ਮੈਂ ਉੱਠ ਕੇ ਕੀ ਕਰਮ ਕਰਨਾ। ਪਹਿਲਾਂ ਬਾਣੀ ਪੜ੍ਹ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪਾਂ ਪਾਣੀ ਪੀਏ, ਫਿਰ ਆਪਾਂ ਪ੍ਰਸ਼ਾਦਾ ਖਾਈਏ। ਚਲੋ ਬਿਮਾਰ ਹੈ ਬੰਦਾ, ਰੋਗੀ ਹੈ, ਤਨ ਕਰਕੇ ਕੋਈ ਗੱਲ ਨਹੀਂ, ਚੱਲ ਜਾਏਗਾ, ਕੋਈ ਚੱਕਰ ਨਹੀਂ। ਪਰ ਜਿਹੜਾ ਤੰਦਰੁਸਤ ਹੈ ਉਹਦੇ ਲਈ ਨਹੀਂ ਜੇ ਚੱਲਣਾ।
ਉਹਨੂੰ ਜਪ ਪੜ੍ਹਨਾ ਹੀ ਪਏਗਾ। ਐਸਾ ਇੱਕ ਘਰ ਸੀ ਜੀ, ਉਸ ਘਰ ਦੇ ਅੰਦਰ ਦੀ ਮਰਿਆਦਾ ਦੇਖੀ ਮੈਂ, ਆਪਣੀ ਅੱਖੀਂ ਇਹ ਗੱਲ ਦੇਖੀ, ਮੈਂ ਤੁਹਾਨੂੰ ਦੱਸਦਾ ਹਾਂ। ਉਸ ਘਰ ਦੇ ਅੰਦਰ 7-8 ਸਾਲ ਹੋ ਗਏ ਮੇਰੇ ਖਿਆਲ 'ਚ ਇਸ ਗੱਲ ਨੂੰ। ਉਸ ਘਰ ਦੇ ਅੰਦਰ ਅੰਮ੍ਰਿਤ ਵੇਲੇ ਦੀ ਮਰਿਆਦਾ ਨੂੰ ਦੇਖਿਆ ਜੀ, ਮੈਂ ਹੈਰਾਨ ਰਹਿ ਗਿਆ। ਮੈਂ ਕਹਿੰਦਾ ਕਿ ਵੀ ਕਮਾਲ ਦਾ ਪਰਿਵਾਰ, ਕਮਾਲ ਦਾ ਐਸਾ ਪਰਿਵਾਰ ਹੱਥੀਂ ਆਇਆ ਨਹੀਂ, ਕਿਤੇ ਹੱਥੀਂ ਆਇਆ ਜਾਣਾ, ਨਾ ਲੱਭਣਾ ਨਾ ਲੱਭਿਆ ਜਾਣਾ, ਕਮਾਲ ਦਾ। ਅੰਮ੍ਰਿਤ ਵੇਲਾ ਹੋਇਆ ਜੀ, ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਤੱਕ, ਮਾਂ ਬਾਪ ਦਾਦਾ ਦਾਦੀ, ਸਾਰੇ ਚੌਂਕੜਾ ਮਾਰ ਕੇ ਇੱਕੋ ਕਮਰੇ 'ਚ ਬੈਠੇ ਜਪਜੀ ਸਾਹਿਬ ਦਾ ਪਾਠ ਪਏ ਕਰਨ। ਪਾਠ ਕਰਕੇ ਮੁੜ ਕੇ ਉਹਨਾਂ ਨੇ ਚਾਹ ਪਾਣੀ ਲੰਗਰ ਪ੍ਰਸ਼ਾਦਾ ਛਕਿਆ। ਅਤੇ ਮੈਂ ਪੁੱਛਿਆ, ਮਰਿਆਦਾ ਤੁਸੀਂ ਕਦੋਂ ਦੀ ਪਏ ਕਰਦੇ ਹੋ? ਕਹਿਣ ਲੱਗੇ ਸਾਡੇ ਬਜ਼ੁਰਗ ਕਰਦੇ ਆ ਰਹੇ ਨੇ। ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਕਹਿਣ ਲੱਗੇ ਸਾਡੇ ਬਜ਼ੁਰਗ ਕਰਦੇ ਆ ਰਹੇ ਨੇ, ਆ ਮੇਰੇ ਮਾਂ ਬਾਪ ਬੈਠੇ ਆ, ਇਹਨਾਂ ਨੇ ਸਾਨੂੰ ਆਦਤ ਪਾਈ, ਸਾਨੂੰ ਆਦਤ ਪੈ ਗਈ, ਹੁਣ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਪਏ ਆਦਤ ਪਾਉਂਦੇ ਹਾਂ। ਹੁਣ ਕੱਲ੍ਹ ਨੂੰ ਜਦੋਂ ਇਹ ਵੱਡੇ ਹੋਣਗੇ ਇਹਨਾਂ ਦੇ ਬੱਚਿਆਂ ਨੂੰ ਵੀ ਇਹ ਆਦਤ ਪਏਗੀ। ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਕਰਮ ਚੱਲੀ ਜਾਣਾ ਏ, ਪੀੜ੍ਹੀ ਦਰ ਪੀੜ੍ਹੀ ਕਰਮ ਚੱਲੀ ਜਾਣਾ ਏ। ਹੁਣ ਤੁਸੀਂ ਸੋਚੋ ਕਿ ਵੀ ਜਿਸ ਘਰ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਬਿਨਾਂ ਜਪ ਬਾਣੀ ਪੜ੍ਹੇ, ਬਿਨਾਂ ਸਿਮਰਨ ਭਜਨ ਬੰਦਗੀ ਕਰੇ, ਮੁੱਖ ਦੇ ਵਿੱਚ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪਾਈ ਜਾ ਰਹੀ, ਉਹ ਘਰ ਕਿੰਨਾ ਪਾਕ ਅਤੇ ਪਵਿੱਤਰ ਹੋਏਗਾ। ਮੈਂ ਕਹਿੰਦਾ ਉਸ ਘਰ ਦੇ ਵਿੱਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਪਿਆ ਵਰਤਦਾ ਹੋਏਗਾ ਕਿ ਵੀ ਇਹੋ ਜਿਹਾ ਘਰ ਉਹਨੂੰ ਕਹਿ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਇਹ ਸਿੱਖ ਦਾ ਘਰ ਹੈ, ਇਹ ਬਾਣੀ ਪੜ੍ਹਨ ਵਾਲੇ ਦਾ ਘਰ ਹੈ। ਅੱਜ ਸਾਡੇ ਘਰਾਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਝਲਕ ਨਹੀਂ ਪੈ ਰਹੀ। ਮੈਂ ਕਈ ਵਾਰ ਉਦਾਹਰਨ ਦਿੰਦਾ, ਬਾਹਰ ਵੱਡੇ ਅੱਖਰਾਂ 'ਚ ਜਿੰਨਾ ਮਰਜ਼ੀ ਲਿਖਾ ਲਓ, ਬਾਹਰ ਵੱਡੇ ਅੱਖਰਾਂ 'ਚ ਜਿੰਨਾ ਮਰਜ਼ੀ ਲਿਖਾ ਲਓ, ਪਰ ਪਿਆਰਿਓ ਨਾ। ਮੈਂ ਤਾਂ ਹੈਰਾਨ ਹੋ ਗਿਆ। ਛੋਟੀ ਜਿਹੀ ਇੱਕ ਗੱਲ ਕਹਿਣ ਲੱਗਾ, ਮਾਫੀ ਵੀ ਤੁਹਾਡੇ ਕੋਲੋਂ ਮੰਗਦਾ। ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨੂੰ ਕਿੰਨਾ ਹਲਕਾ ਜਿਹਾ ਸ਼ਬਦ ਸਮਝੀ ਬੈਠੇ ਆਪਾਂ ਕਿੰਨੀ ਦੁਰਵਰਤੋਂ ਪਏ ਸ਼ਬਦ ਦੀ ਕਰਦੇ ਹਾਂ। ਜਿਸ ਨਾਮ ਨੂੰ ਪੰਡਤ ਹਰਦਿਆਲ ਨੇ ਜਦੋਂ ਰੱਖਿਆ ਤੇ ਉਹਨੇ ਮਹਿਤਾ ਕਾਲੂ ਨੂੰ ਆਖਿਆ, ਜਿਵੇਂ ਬਾਬਾ ਮਹਿਤਾ ਕਾਲੂ ਜੀ ਨੇ ਪੰਡਤ ਜੀ ਨੂੰ ਆਖਿਆ, ਪੰਡਤ ਜੀ ਇਹ ਕਿਹੋ ਜਿਹਾ ਨਾਮ ਰੱਖ ਛੱਡਿਆ ਮੇਰੇ ਪੁੱਤਰ ਦਾ, ਨਾ ਇਹ ਹਿੰਦੂਆਂ ਦਾ ਲੱਗਦਾ ਨਾ ਇਹ ਮੁਸਲਮਾਨਾਂ ਦਾ ਲੱਗਦਾ, ਮੈਨੂੰ ਤੇ ਸਮਝ ਹੀ ਨਹੀਂ ਆ ਰਹੀ ਇਹ ਨਾਮ ਕਿਹੋ ਜਿਹਾ। ਕਹਿ ਲਗੇ ਬਦਲ ਕੇ ਨਾਮ ਦੂਜਾ ਰੱਖ ਦਿਓ, ਮੈਨੂੰ ਇਹ ਨਾਮ ਚੰਗਾ ਨਹੀਂ ਲੱਗਾ। ਮਹਿਤਾ ਕਾਲੂ ਜੀ ਨੇ ਗੱਲ ਕਹੀ ਪੰਡਤ ਹਰਦਿਆਲ ਜੀ ਨੂੰ, ਤੇ ਪੰਡਤ ਹਰਦਿਆਲ ਜੀ ਨੇ ਆਖਿਆ ਮੈਂ 13 ਦਿਨ ਇਹਦੇ ਤੇ ਸਟੱਡੀ ਕੀਤੀ ਹੈ, ਮੈਨੂੰ 12-13 ਦਿਨ ਹੋ ਗਏ ਆ, 12-13 ਦਿਨ ਹੋ ਗਿਆ, ਮੇਰੇ ਜੇਨ ਦੇ ਅੰਦਰੋਂ ਇਹ ਨਾਮ ਨਹੀਂ ਉਤਰਦਾ ਸੀਗਾ। ਤੇਰੇ ਪੁੱਤਰ ਦਾ ਨਾਮ ਕੋਈ ਛੋਟਾ ਨਹੀਂ ਮਹਿਤਾ ਕਾਲੂ ਜੀ, ਤੇਰੇ ਪੁੱਤਰ ਦਾ ਨਾਮ ਇੰਨਾ ਵੱਡਾ ਹੈ, ਇਹ ਹਿੰਦੂਆਂ ਨੂੰ ਵੀ ਚੇਤੇ ਰੱਖੀ, ਰਾਹ ਪਾਏਗਾ, ਇਹ ਮੁਸਲਮਾਨਾਂ ਨੂੰ ਵੀ ਰਾਹ ਪਾਏਗਾ। ਇਹ ਦੋ ਜਹਾਨਾਂ ਦਾ ਮਾਲਕ ਹੈ, ਇਹ ਦੋ ਜਹਾਨਾਂ ਦਾ ਮਾਲਕ ਹੈ, ਇਹਦਾ ਨਾਮ ਖੰਡਾਂ ਬ੍ਰਹਿਮੰਡਾਂ 'ਚ ਚੱਲਣਾ ਹੈ, ਇਹ ਨਾਮ ਕੋਈ ਛੋਟਾ ਨਹੀਂ ਹੈ। ਅਤੇ ਉਸ ਨਾਮ ਦੀ ਕਿੰਨੀ ਦੁਰਵਰਤੋਂ ਕੀਤੀ ਆਪਾਂ। ਮੈਂ ਤਾਂ ਪੜ੍ਹ ਕੇ ਕਈ ਵਾਰ ਹੈਰਾਨ ਹੋ ਜਾਂਦਾ, ਪੜ੍ਹ ਕੇ ਹੈਰਾਨ ਹੁੰਦਾ। ਇੱਕ ਤਾਂ ਦੁਕਾਨ 'ਤੇ ਲਿਖਿਆ ਜੀ ਨਾਨਕ ਜਲੇਬੀਆਂ ਵਾਲਾ, ਕਮਾਲ ਦੀ ਗੱਲ ਹੈ। ਤੁਹਾਡੇ ਲਈ ਹਾਸਾ ਹੋ ਸਕਦਾ, ਪਰ ਮੇਰੇ ਲਈ ਹਾਸਾ ਨਹੀਂ ਹੈ, ਮੇਰੇ ਲਈ ਹਾਸਾ ਨਹੀਂ ਹੈ। ਉਹ ਇਹੋ ਜਿਹੇ ਨਾਮ ਨੂੰ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਜੋੜ ਲਿਆ, ਇਹੋ ਜਿਹੀਆਂ ਚੀਜ਼ਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਨਾਲ ਜੋੜ ਲਿਆ। ਪਿਆਰਿਓ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨੂੰ ਇਸ ਤਰ੍ਹਾਂ ਨਾ ਜੋੜੋ। ਇਹ ਨਾਮ ਦੇ ਅੱਖਰ ਕਿਤੇ ਪੜ੍ਹ ਕੇ ਤਾਂ ਵੇਖੋ ਨਾਨਕ ਸ਼ਬਦ ਦੇ ਅਰਥ ਕੀ ਨੇ। ਜਿੱਦਣ ਅਰਥ ਪੱਲੇ ਪੈ ਗਏ ਉਦਣ ਦੱਸਿਓ ਕਿ ਵੀ ਇਹ ਨਾਮ ਦੀ ਦੁਰਵਰਤੋਂ ਆਪਾਂ ਕਰ ਸਕਦੇ ਹਾਂ। ਗੁਰੂ ਸਾਹਿਬਾਨਾਂ ਨੇ ਥਾਂ ਥਾਂ 'ਤੇ ਸ਼ਬਦ ਵਰਤਿਆ, ਥਾਂ ਥਾਂ 'ਤੇ ਆਪਣਾ ਨਾਂ ਨਹੀਂ ਵਰਤਿਆ ਉਹਨਾਂ ਨੇ। ਜਦੋਂ ਵੀ ਨਾਮ ਵਰਤਿਆ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਵਰਤਿਆ। ਕਿਉਂ? ਕੱਲ੍ਹ ਵੀ ਜਿਵੇਂ ਸਾਂਝ ਪਾਈ ਸੀ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਕਿਉਂਕਿ ਉਹ ਵੱਡਾ ਆ ਉਹ ਸਭ ਤੋਂ, ਅਤੇ ਉਹਦੇ ਨਾਮ ਦੀ ਕਿੰਨੀ ਦੁਰਵਰਤੋਂ। ਬੇਨਤੀ ਕਰਦਾ ਸਾਂ, ਮਹਾਰਾਜ ਕਹਿੰਦੇ ਆ ਕਿ ਵੀ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਲੈ ਕੇ ਨਾ ਖਾਂਦਾ ਨਾ ਪੀਂਦਾ, ਸਾਰੇ ਰਸ ਭੋਜਨ ਮਾਣਦਾ ਹੈ, ਉਹਦੀ ਜੀਭ 'ਤੇ ਸਿਰਫ ਰਸ ਹੀ ਟਿਕੇ ਆ। ਮਹਾਰਾਜ ਕਹਿੰਦੇ ਆ ਨਾਨਕ ਇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਇਹ ਨਾਨਕ ਇਵੇਂ ਜਾਣ
कि भी ਉਹਦੇ ਮੁੱਖ ਤੇ ਕੱਲ ਨੂੰ ਫਿਟਕਾਰ ਪਏਗੀ। ਫਿਟਕਾਰ ਭਾਵ ਲਾਹਣਤ ਪਏਗੀ ਉਹਨੂੰ। ਕਿਉਂ? ਉਹਨੇ ਪਰਮਾਤਮਾ ਦੀ ਭਜਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਸੋ ਮਹਾਰਾਜ ਹੁਣ ਪਹਿਲੀਆਂ ਪੰਕਤੀਆਂ ਦਾ ਆਧਾਰ ਬਣਾ ਕੇ ਇਹਨਾਂ ਨੂੰ ਹੁਣ ਸਮਝਿਓ ਕਿ ਵੀ ਬ੍ਰਾਹਮਣ ਕੀ ਕਰਦਾ ਸੀ। ਉਹ ਕੀ ਕਰਦਾ ਸੀ ਮਹਾਰਾਜ ਨੇ ਸਮਝਾਇਆ ਉਹਨੂੰ। ਮਹਾਰਾਜ ਕਹਿੰਦੇ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਹੁਣ ਕੀ ਕਰਦਾ ਸੀ? ਪਹਿਲਾਂ ਆਪ ਸੁੱਚਾ ਹੁੰਦਾ ਸੀ। ਸੁੱਚਾ ਭਾਵ ਨਹਾਤਾ ਧੋਤਾ, ਆਪਣੇ ਆਪ ਨੂੰ ਪਵਿੱਤਰ ਕਰ ਲਿਆ। ਆਪਣੇ ਆਪ ਨੂੰ ਕਹਿੰਦਾ ਸੀ ਕਿ ਮੇਰੇ ਵਰਗਾ ਪਵਿੱਤਰ ਹੀ ਕੋਈ ਨਹੀਂ। ਆਪਣੇ ਆਪ ਨੂੰ ਪਵਿੱਤਰ ਕਰਕੇ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਫਿਰ ਜਿਸ ਜਗ੍ਹਾ 'ਤੇ ਉਹਨੇ ਬੈਠਣਾ ਫਿਰ ਉਹਨੂੰ ਪਵਿੱਤਰ ਕਰਦਾ ਸੀ। ਹੁਣ ਮਹਾਰਾਜ ਨੇ ਤਾਂ ਸੁੱਚ ਰੱਖਣ ਵਾਲੇ, ਪਵਿੱਤਰਤਾ ਬਾਹਰੋਂ ਪਵਿੱਤਰਤਾ ਰੱਖਣ ਵਾਲੇ, ਬਾਹਰੋਂ ਪਵਿੱਤਰਤਾ ਰੱਖਣ ਵਾਲਿਆਂ ਨੂੰ ਗੁਰੂ ਨਾਨਕ ਮਹਾਰਾਜ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ 'ਚ ਹੀ ਸਵਾਲ ਖੜਾ ਕਰ ਦਿੱਤਾ। ਕੌਣ ਕਹਿੰਦਾ ਮਹਾਰਾਜ ਸਵਾਲ ਨਹੀਂ ਖੜਾ ਕਰਦੇ? ਇਹਦੇ ਵਿੱਚ ਵੀ ਸਵਾਲ ਆਏਗਾ। ਮਹਾਰਾਜ ਨੇ ਪਹਿਲਾਂ ਹੀ ਸਵਾਲ ਖੜਾ ਕਰ ਦਿੱਤਾ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਪਵਿੱਤਰਤਾਵਾਂ ਰੱਖੀਆਂ ਜਾਂ ਰੱਖੀ ਜਾ ਤੂੰ, ਤੇਰੀ ਪਵਿੱਤਰਤਾ ਦੇ ਨਾਲ ਕੀ ਹੁੰਦਾ ਹੈ? ਮਨ, ਮਹਾਰਾਜ ਕਹਿੰਦੇ ਮਨ ਮੈਲਾ, ਸਭ ਕੁਛ ਮੈਲਾ। ਜੇ ਬੰਦੇ ਦਾ ਮਨ ਮੈਲਾ ਹੈ ਨਾ, ਜੇ ਬੰਦੇ ਦੀ ਸੋਚ ਮੈਲੀ ਹੈ, ਦੇਖਣ ਦ੍ਰਿਸ਼ਟੀ ਮੈਲੀ ਹੈ, ਕੰਨ ਮੈਲੇ ਨੇ, ਅੱਖਾਂ ਮੈਲੀਆਂ ਨੇ, ਹੱਥਾਂ ਦੇ ਵਿੱਚ ਮੈਲ ਹੈ, ਪੈਰ ਜਿਹੜੇ ਭੈੜੇ ਪਾਸੇ ਤੁਰੇ ਇਹਨਾਂ ਵਿੱਚ ਮੈਲ ਹੈ। ਮਹਾਰਾਜ ਕਹਿੰਦੇ ਆ ਕਿ ਫਿਰ ਕੱਖ ਵੀ ਨਹੀਂ ਸੋਚਾ। ਤਨ ਧੋਤੇ ਮਨ ਹੱਛਾ ਨਾ ਹੋਏ ਸੀ। ਜਿੰਨਾ ਮਰਜੀ ਹੁਣ ਕੀ ਕੀਤਾ ਜਾਂਦਾ, ਬੰਦਾ ਸੋਚਦਾ ਕਿ ਮੈਂ ਪਵਿੱਤਰ ਹੋ ਜਾਵਾਂਗਾ। ਪਵਿੱਤਰ ਹੋਣ ਦਾ ਤਰੀਕਾ ਕੀ ਬੰਦੇ ਨੇ ਅਪਣਾਇਆ? ਤੀਰਥਾਂ 'ਤੇ ਇਸ਼ਨਾਨ ਕਰ ਲਓ। ਬੰਦਾ ਸੋਚਦਾ ਕਿ ਮੈਂ ਤੀਰਥਾਂ 'ਤੇ ਜਾਵਾਂ, ਇਸ਼ਨਾਨ ਕਰਾਂ, ਕੀ ਪਤਾ ਮੈਂ ਪਵਿੱਤਰ ਹੋ ਜਾ। ਮਹਾਰਾਜ ਕਹਿੰਦੇ ਬੜਾ ਤੀਰਥਾਂ 'ਤੇ ਗਿਆ, ਬੜੇ ਤੀਰਥ ਨਹਾਤਾ, 68 ਤੀਰਥਾਂ ਦਾ ਇਸ਼ਨਾਨ ਕਰਕੇ ਵੀ ਆ ਜਾਏ ਮਹਾਰਾਜ ਕਹਿੰਦੇ ਤਾਂ ਵੀ ਮੈਂ ਦਾਅਵਾ ਕਰਕੇ ਕਹਿਣਾ ਤੂੰ ਪਵਿੱਤਰ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ, ਆਪਣੇ ਆਪ ਨੂੰ ਪਵਿੱਤਰ ਕਹਿਣ ਵਾਲਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਪਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਅਰਥ ਸੁਣਿਓ ਇਹਦੇ ਕਿੰਨੇ ਕਮਾਲ ਦੇ ਨੇ। ਮਹਾਰਾਜ ਕਹਿੰਦੇ ਤੀਰਥ 'ਤੇ ਜਾਂਦਾ ਹੈ, ਵਰਤ ਰੱਖਦਾ ਹੈ, ਦਾਨ ਕਰਦਾ ਹੈ, ਪੁੰਨ ਕਰਦਾ ਹੈ, ਤੀਰਥ ਵਰਤ ਅਰ ਦਾਨ ਕਰ, ਪਰ ਸਭ ਤੋਂ ਵੱਡੀ ਗੱਲ ਮਨ ਮੈਂ ਧਰੈ ਗੁਮਾਨ। ਮਨ ਦੇ ਵਿੱਚ ਹੰਕਾਰ, ਹੰਕਾਰ ਹੀ ਤਾਂ ਇੱਕ ਮੈਲ ਹੈ ਜਿਹੜੀ ਮਨ ਨੂੰ ਚਿੰਬੜੀ ਹੋਈ ਹੈ। ਬਸ ਉਹ ਮੈਲ ਤਾਂ ਲੱਥੀ ਹੋਈ ਨਹੀਂ। ਮਹਾਰਾਜ ਕਹਿੰਦੇ ਜੇ ਮੈਲ ਨਹੀਂ ਲੱਥੀ, ਇਹਦਾ ਮਤਲਬ ਹੈ ਤੇਰਾ ਇਸ਼ਨਾਨ ਜਿਹੜਾ ਹੈ ਹਾਥੀ ਵਰਗਾ ਹੋ ਗਿਆ। ਹੁਣ ਹਾਥੀ ਕੀ ਕਰਦਾ ਹੈ? ਉਹਨੂੰ ਭਾਵੇਂ ਗੰਗਾ 'ਚ ਨਵਾ ਦਿਓ, ਯਮੁਨਾ 'ਚ ਨਵਾ ਦਿਓ, ਉਹਨੂੰ ਗੋਦਾਵਰੀ 'ਚ ਨਵਾ ਦਿਓ, ਭਾਵੇਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਦਰਿਆ 'ਚ ਵੜ ਦਿਓ ਉਹਨੂੰ। ਜਦੋਂ ਉਹਨੇ ਬਾਹਰ ਨਿਕਲਣਾ ਨਾ, ਆਪਣੀ ਸੁੰਡ ਦੇ ਨਾਲ ਉਹਨੇ ਆਪਣੇ ਆਪ ਨੂੰ ਫਿਰ ਗੰਦਾ ਕਰ ਹੀ ਲੈਣਾ। ਜਿੰਨਾ ਮਰਜ਼ੀ ਨਵਾ ਦਿਓ ਉਹਨੂੰ, ਮਹਾਰਾਜ ਕਹਿੰਦੇ ਉਹਨੇ ਆਪਣੇ ਆਪ ਨੂੰ ਗੰਦਲਾ ਕਰ ਹੀ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਉਂ ਕੁੰਚਰ ਇਸ਼ਨਾਨ, ਬੰਦਿਆ ਤੂੰ ਵੀ ਆਪਣੇ ਆਪ ਨੂੰ ਪਵਿੱਤਰ ਕਰਨ ਗਿਆ ਸੈਂ, ਸੋਚਦਾ ਸੈਂ ਨਹਾ ਕੇ ਪਵਿੱਤਰ ਹੋ ਜਾਵਾਂਗਾ, ਪਰ ਨਹਾ ਕੇ ਪਵਿੱਤਰ ਨਹੀਂ ਹੋਇਆ, ਸਗੋਂ ਦੂਣੀ ਮੈਲ ਹੋਰ ਚਾੜ ਲਈ। ਹੁਣ ਇਹਨੂੰ ਹੀ ਥੋੜ੍ਹਾ ਹੋਰ ਧਿਆਨ ਨਾਲ ਸੁਣਿਓ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਨਹਾਵਣ ਚੱਲੇ ਤੀਰਥੀ, ਸ਼ਬਦ ਹੈ ਜੀ, ਤੀਰਥੀ ਨਹੀਂ ਪੜ੍ਹਨਾ ਆਪਾਂ, ਤੀਰਥੀ ਨਾਸ਼ਕੀ ਉਚਾਰਨ ਕਰਾਂਗੇ ਇਹਦਾ। ਤੀਰਥਾਂ 'ਤੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਆਪਣੇ ਆਪ ਨੂੰ ਪਵਿੱਤਰ ਕਰਨ ਚੱਲਾ ਸੀ ਤੀਰਥਾਂ ਦੇ। ਮੈਂ ਤੀਰਥਾਂ ਦੀ ਨਿੰਦਿਆ ਨਹੀਂ ਕਰ ਰਿਹਾ, ਉਸ ਬੰਦੇ ਨੂੰ ਵੇਖੋ ਜਿਹੜਾ ਨਹਾਉਣ ਚੱਲਿਆ ਸੀ, ਆਪਣੇ ਆਪ ਨੂੰ ਪਵਿੱਤਰ ਕਹਿੰਦਾ ਸੀ, ਮੈਂ ਬੜਾ ਸੁੱਚਾ ਆ, ਮੈਂ ਬੜਾ ਪਵਿੱਤਰ ਹੋ ਗਿਆ। ਮਹਾਰਾਜ ਨੂੰ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਵਿੱਚ ਖੋਟ ਹੈ, ਮਨ ਵਿੱਚ ਚੋਰ ਹੈ ਕਿ ਤੀਰਥਾਂ 'ਤੇ ਖੋਟੀ ਮੱਤ ਲੈ ਕੇ ਨਹੀਂ ਬੰਦਾ ਜਾਂਦਾ। ਬੜੇ ਐਸੇ ਆ ਇੱਥੇ ਵੀ ਆ ਵੇਖਿਆ ਤੁਸੀਂ, ਹਰ ਮੰਗਲਵਾਰ ਕੋਈ ਕਿਸੇ ਦੀ ਚੱਪਲ ਚੁੱਕ ਕੇ ਲੈ ਗਿਆ, ਕੋਈ ਕਿਸੇ ਦਾ ਪਰਸ ਕੱਢ ਕੇ ਲੈ ਗਿਆ, ਕੋਈ ਕਿਸੇ ਦਾ ਮੋਬਾਈਲ ਕੱਢ ਕੇ ਲੈ ਗਿਆ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਵਿੱਚ ਖੋਟ ਲੈ ਕੇ ਕਈ ਆਏ ਹੁੰਦੇ ਆ, ਐਸਾ ਨਹੀਂ ਵੀ ਸਾਰੀ ਦੁੱਧ ਦੇ ਧੋਤੇ ਇੱਥੇ ਆ ਗਏ ਨਾ।
ਹਾਲਾਂਕਿ ਚਲੋ ਦੁੱਧ ਧੋਤਾ ਦੇ ਕੋਈ ਵੀ ਨਹੀਂ, ਖੋਟ ਲਾਉਣ ਦੇ ਲਈ ਆਪਾਂ ਜਾਂਦੇ ਹਾਂ, ਭੈੜੀ ਮੱਤ ਦਾ ਤਿਆਗ ਕਰਨ ਦੇ ਲਈ ਜਾਂਦੇ ਹਾਂ। ਮਹਾਰਾਜ ਕਹਿੰਦੇ ਉਹ ਕਾਹਦੀਆਂ ਭੈੜੀਆਂ ਮੱਤਾਂ ਤਿਆਗਣ ਗਿਆ, ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਅਸ। ਹੋਰ ਇੱਕ ਤਾਂ ਨਹਾ ਕੇ ਮੈਲ ਸਰੀਰ ਦੀ ਲਾਹ ਲਈ ਪਵਿੱਤਰ ਹੋ ਗਿਆ, ਪਰ ਮਨ ਨੂੰ ਫਿਰ ਅਪਵਿੱਤਰ ਕਰਕੇ ਚਲਾ ਗਿਆ। ਮਨ ਦੀ ਮੈਲ ਤੇ ਫਿਰ ਨਹੀਂ ਲੱਥੀ, ਕਾਹਦਾ ਨਾਤਾ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ। ਹੁਣ ਕੱਲ੍ਹ ਨੂੰ ਆਪਾਂ ਇੱਥੋਂ ਹੀ ਇਸ ਗੱਲ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਾਂਗੇ, ਕਿਉਂਕਿ ਸੋਚ ਜਿਹੜੀ ਪਹਿਲਾਂ ਸੁੱਚਾ ਆਪ ਸੁੱਚੇ ਬੈਠਾ ਆਏ, ਉਹਨੇ ਜਿਹੜੇ ਕਰਮ ਕਾਂਡ ਸਾਡੇ ਵਿੱਚ ਪਾਏ ਨਾ ਪਵਿੱਤਰਤਾ ਦੇ, ਉਹ ਆਪ ਸੁੱਚਾ ਹੋ ਕੇ ਬੈਠਾ, ਚੌਂਕਾ ਸੁੱਚਾ ਕਰ ਲਿਆ। ਕਿਵੇਂ? ਮਹਾਰਾਜ ਇਸ ਗੱਲ ਨੂੰ ਸਮਝਾਉਂਦੇ ਆ। ਕੱਲ੍ਹ ਨੂੰ ਇੱਥੋਂ ਹੀ ਆਪਾਂ ਇਸ ਸ਼ਬਦ ਦੇ ਵਿਚਾਰ ਆਰੰਭ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।